ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ, ਤਖਤ ਦੇ ਮਾਲਕ ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਪਿਛਲੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅਕਾਲ ਪੁਰਖ ਦੇ ਸਨਮੁਖ ਸੱਚਖੰਡ ਪਹੁੰਚੇ ਹਨ। ਪ੍ਰਭੂ ਜੀ ਦੇ ਸਨਮੁਖ ਹੋ ਕੇ ਉਸਤਤ ਵਜੋਂ ਸੋ ਦਰ ਰਾਗ ਆਸਾ ਮਹੱਲਾ ਪਹਿਲਾ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਇਹ ਪਾਵਨ ਸ਼ਬਦ ਉਚਾਰਨ ਕਰਕੇ ਉਸ ਮਾਲਕ ਦੀ ਪ੍ਰਭੂ ਦੀ ਉਸਤਤ ਗਾਈ ਹੈ। ਜਿਸ ਤਰ੍ਹਾਂ ਬਚਨ ਬਿਲਾਸ ਹੋਏ ਹਨ ਸਰਗੁਣ ਅਤੇ ਨਿਰਗੁਣ ਸਰੂਪ ਦੇ, ਉਹ ਵਿਚਾਰ ਆਪਾਂ ਕੱਲ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਸਤਿਗੁਰੂ ਜੀ ਆਪਣੇ ਹੀ ਦੇਸ਼ ਤੋਂ ਉਸ ਮੰਡਲ ਤੋਂ ਜਿਹੜਾ ਆਦੇਸ਼ ਹੈ ਸਰਬਦੇਸ਼ੀ ਵੀ ਹੈ, ਉਹ ਪਰਮਾਤਮਾ ਅਕਾਲ ਪੁਰਖ ਦਾ ਜੋ ਨਿਜ ਘਰ ਹੈ। ਸੋ ਉਸ ਦੇਸ਼ ਦੇ ਵਿੱਚ ਜਿੱਥੇ ਦੇਹੀ ਸਮੇਤ ਸਤਿਗੁਰੂ ਆਪ ਹੀ ਗਏ ਹਨ, ਜਿਸ ਤਰ੍ਹਾਂ ਨਿਰੰਕਾਰ ਪਾਸੋਂ ਸਤਿਗੁਰੂ ਜੀ ਵਾਪਸ ਧਰੁਵ ਮੰਡਲ ਵਿੱਚ ਆਉਣਗੇ, ਇੱਥੇ ਪਹੁੰਚ ਕੇ ਸਤਿਗੁਰੂ ਜੀ ਫਿਰ ਧਰੂ ਜੀ ਨੂੰ ਮਿਲਣਗੇ। ਉਸ ਤੋਂ ਬਾਅਦ ਸਤਿਗੁਰੂ ਨਵਾਂ ਖੰਡਾਂ ਦੇ ਵਿੱਚੋਂ ਹੁੰਦਿਆਂ ਹੋਇਆਂ ਭਾਰਤ ਖੰਡ ਦੇ ਵਿੱਚ ਪਹੁੰਚਦੇ ਹਨ। ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਇਕਾਗਰ ਕਰਕੇ ਸਰਵਣ ਕਰੀਏ। ਕਰੋ ਕਿਰਪਾ ਰਸਨਾ ਕਰੋ ਪਵਿੱਤਰ, ਪ੍ਰੇਮ ਸਤਿਕਾਰ ਸਹਿਤ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਥੇ ਕਵੀ ਰਾਜ ਕਵੀ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਦਾ ਜਿਹੜਾ ਉਤਰਾਰਧ ਹੈ ਉਹ ਆਰੰਭ ਕਰਦੇ ਹਨ। ਇੱਕ ਅਦਵੈਤ ਸਰੂਪ ਵਾਹਿਗੁਰੂ ਓੰਕਾਰ ਸਰਬ ਦਾ ਪ੍ਰਕਾਸ਼ਕ ਹੈ। ਸਤ ਤਰਈ ਕਾਲ ਆਬਾਦ ਸਤ ਸਰੂਪ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਆਨੰਦ ਸਰੂਪ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਓੰਕਾਰ ਅਦਵੈਤ ਸਰੂਪ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਅਥ ਉਤਰਾਰਧ ਲਿਖਿਆ ਤੇ। ਸੋ ਇੱਥੇ ਕਵੀ ਜੀ ਅਥ ਤੋਂ ਭਾਵ ਹੈ ਕਿ ਹੁਣ ਸੋ ਉਤਰਾਰਧ ਲਿਖਿਆ ਤੇ, ਜਾਂ ਦੇਖੋ ਇੱਥੇ ਉਤਰਾਰਧ ਜਿਹੜਾ ਹੈ ਉਹ ਆਰੰਭ ਕਰਦੇ ਹਨ, ਕਿਉਂਕਿ ਪਿੱਛੇ ਆਪਾਂ ਪੂਰਬਾਰਧ ਦੀ ਕੱਲ ਸੰਪੰਨਤਾ ਹੋਈ ਹੈ। ਪੂਰਬਾਰਧ ਦਾ ਭਾਵ ਸੀ ਕਿ ਜਿਹੜਾ ਸ੍ਰੀ ਨਾਨਕ ਪ੍ਰਕਾਸ਼ ਦਾ ਪਹਿਲਾ ਅੱਧ ਹੋਇਆ ਹੈ। ਸੋ ਹੁਣ ਉਤਰਾਰਧ ਦਾ ਭਾਵ ਹੈ ਕਿ ਜਿਹੜਾ ਅੱਗੇ ਸ੍ਰੀ ਨਾਨਕ ਪ੍ਰਕਾਸ਼ ਦਾ ਇਤਿਹਾਸ ਹੈ ਉਹ ਅੱਧਾ ਜਿਹੜਾ ਇਤਿਹਾਸ ਰਹਿੰਦਾ ਹੈ ਹੁਣ ਲਿਖੇ ਅਤੇ ਮੈਂ ਲਿਖਦਾ ਹਾਂ। ਕਿਉਂਕਿ ਸ੍ਰੀ ਨਾਨਕ ਪ੍ਰਕਾਸ਼ ਜਿਸ ਇਤਿਹਾਸ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਸ ਕਥਨ ਕੀਤਾ ਹੈ, ਸੋ ਉਹਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੈ। ਪਹਿਲਾ ਹੈ ਪੂਰਬਾਰਧ, ਜਿਹਦੇ ਕੱਲ ਆਪਾਂ 73 ਅਧਿਆਏ ਸਰਵਣ ਕਰ ਚੁੱਕੇ ਹਾਂ। ਹੁਣ ਅੱਗੇ ਸ੍ਰੀ ਨਾਨਕ ਪ੍ਰਕਾਸ਼ ਦਾ ਜਿਹੜਾ ਅੱਧਾ ਭਾਗ ਹੈ ਉਹ ਆਰੰਭ ਕਰਦੇ ਹਨ ਲਿਖੇ ਅਤੇ ਇਹਦਾ ਜਿਹੜਾ ਪਹਿਲਾ ਅਧਿਆਏ ਆਰੰਭ ਕਰਦੇ ਹਨ। ਦੋਹਰਾ ਸ੍ਰੀ ਗੁਰ ਬਚਨ ਸੁਚੂਰਨੰ ਖਾਏ ਕਮਾਏ ਜਾਹੀ। ਪਹਿਲਾ ਮੰਗਲ ਕਰਦੇ ਹਨ ਬਾਣੀ ਦਾ ਕਿ ਜਿਹੜੀ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਹੈ ਨਾ, ਇਹ ਚੂਰਨ ਦੀ ਨਿਆਈ ਹੈ ਜਾਂ ਔਸ਼ਧੀ, ਇਹ ਦਵਾਈ ਹੈ। ਜਿਨ੍ਹਾਂ ਨੇ ਇਹ ਸਤਿਗੁਰਾਂ ਦੇ ਬਚਨਾਂ ਨੂੰ ਕਮਾਇਆ ਹੈ, ਭਾਵ ਉਹਨਾਂ ਨੇ ਇਹ ਜਿਹੜੀ ਸਤਿਗੁਰਾਂ ਦਿੱਤੀ ਹੋਈ ਦਵਾਈ ਸੀ
ਔਸ਼ਧੀ ਸੀ, ਉਹਨੂੰ ਖਾਣਾ ਕੀਤਾ ਹੈ। ਉਦਰ ਰੋਗ ਹਉਮੈ ਹਰਿਓ ਨਮਸਕਾਰ ਮਮ ਤਾਹੀ। ਕਵੀ ਜੀ ਕਹਿੰਦੇ ਜਿਨ੍ਹਾਂ ਨੇ ਇਸ ਬਾਣੀ ਨੂੰ, ਇਸ ਔਸ਼ਧੀ ਨੂੰ ਖਾਣਾ ਕੀਤਾ ਹੈ, ਉਹਨਾਂ ਦੇ ਉਦਰ ਵਿੱਚ, ਜਿਹੜਾ ਪੇਟ ਵਿੱਚ ਸਰੀਰ ਦੇ ਅੰਦਰ ਵੱਡਾ ਰੋਗ ਸੀ, ਉਹ ਕਿਹੜਾ ਸੀ? ਉਹ ਹਉਮੈ ਦਾ ਰੋਗ ਹੈ। ਇਹ ਬਾਣੀ ਨੂੰ ਜਿਨ੍ਹਾਂ ਨੇ ਪ੍ਰੇਮ ਦੇ ਨਾਲ, ਸ਼ਰਧਾ ਦੇ ਨਾਲ ਪੜ੍ਹਿਆ, ਗੁਰੂ ਜੀ ਦੇ ਬਚਨਾਂ ਨੂੰ ਕਮਾਇਆ ਹੈ, ਉਹਨਾਂ ਦੀ ਹਉਮੈ ਸਤਿਗੁਰਾਂ ਨੇ ਦੂਰ ਕੀਤੀ ਹੈ। ਕਿਉਂਕਿ ਬਾਹਰਲੇ ਜਿਹੜੇ ਰੋਗ ਹਨ, ਉਹ ਜਦੋਂ ਸਾਨੂੰ ਪਕੜ ਵਿੱਚ ਆਉਂਦੇ ਨੇ, ਧਿਆਨ ਵਿੱਚ ਆਉਂਦੇ ਨੇ, ਤੇ ਆਪਾਂ ਯਤਨ ਕਰਦੇ ਹਾਂ ਕਿ ਚੰਗੇ ਤੋਂ ਚੰਗਾ ਵੈਦ, ਚੰਗੇ ਤੋਂ ਚੰਗਾ ਡਾਕਟਰ ਮਿਲੇ ਤੇ ਉਹਦੇ ਕੋਲੋਂ ਔਸ਼ਧੀ ਦਵਾਈ ਲੈ ਕੇ ਉਹ ਰੋਗ ਜਿਹੜੇ ਨੇ ਉਹ ਦੂਰ ਕਰ ਲਈਏ। ਜੇ ਨਾ ਰੋਗ ਦੂਰ ਕੀਤੇ ਜਾਣ ਤੇ ਫਿਰ ਵੱਡੀ ਬਿਮਾਰੀ ਦਾ ਕਾਰਨ ਵੀ ਬਣ ਜਾਂਦੇ। ਇਸੇ ਤਰ੍ਹਾਂ ਬਾਹਰਲੇ ਰੋਗ ਤਾਂ ਦਿਸ ਗਏ, ਪਰ ਅੰਤਰੀਵ ਰੋਗ ਕੀ ਹੈ? ਸਭ ਤੋਂ ਵੱਡਾ ਰੋਗ ਹੈ ਹਉਮੈ, ਵੱਡਾ ਰੋਗ ਹੈ। ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਗੁਰੂ ਜੀ ਦੇ ਬਚਨਾਂ ਨੂੰ ਕਮਾਉਣ ਦੇ ਨਾਲ ਜਿਹੜੀ ਦਵਾਈ ਹੈ, ਇਹ ਖਾਣ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਹਉਮੈ ਦਾ ਰੋਗ ਦੂਰ ਹੁੰਦਾ ਹੈ। ਕਵੀ ਜੀ ਕਹਿੰਦੇ ਸਤਿਗੁਰਾਂ ਦੇ ਬਚਨ ਪਾਵਨ ਬਾਣੀ ਦੇ ਤਾਈਂ ਮੈਂ ਨਮਸਕਾਰ ਕਰਦਾ ਹਾਂ। ਸਵਈਆ ਸੇਤ ਰਚਿਓ ਜਗ ਸਾਗਰ ਕੋ ਸਭ ਖੰਡ ਪਖੰਡਨ ਸ਼ੋਰ ਸ਼ਰਾਬਾ। ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਦਾ ਜਿਹੜਾ ਪੁਲ ਸੀ, ਸੰਸਾਰ ਸਾਗਰ ਤੋਂ ਪਾਰ ਕਰਨ ਵਾਸਤੇ ਜੀਵਾਂ ਨੂੰ ਬੰਨ੍ਹ ਦਿੱਤਾ। ਸਭ ਖੰਡ ਪਖੰਡਨ ਸ਼ੋਰ ਸ਼ਰਾਬਾ, ਜਿਹੜਾ ਪਖੰਡੀਆਂ ਵੱਲੋਂ ਬਹੁਤ ਸ਼ੋਰ ਸ਼ਰਾਬਾ ਆਪਣੇ ਵੱਲੋਂ ਪਾਇਆ ਜਾ ਰਿਹਾ ਸੀ। ਕੋਈ ਕਹਿੰਦਾ ਸੀ ਨੇਤਰ ਬੰਦ ਕਰਕੇ ਇਸ ਤਰ੍ਹਾਂ ਸਮਾਧੀਆਂ ਲਾਓ, ਕੋਈ ਕਹਿੰਦਾ ਜਲ ਧਾਰੇ ਕਰੋ, ਕੋਈ ਕਹਿੰਦਾ ਕਿ ਅੰਦਰ ਜੋਤ ਦਿਖਾ ਦਿੰਦੇ ਆ, ਕੋਈ ਕਹਿੰਦਾ ਨੰਗੇ ਰਹਿਣ ਦੇ ਨਾਲ ਪ੍ਰਾਪਤੀ ਹੁੰਦੀ ਹੈ, ਕੋਈ ਕਹਿੰਦਾ ਪੁੱਠੇ ਲਟਕਣ ਦੇ ਨਾਲ, ਕੋਈ ਕਹਿੰਦਾ ਸੀ ਸਾਡੇ ਚਰਨਾਂ ਨੂੰ ਆ ਕੇ ਸੇਵੋ, ਤੁਹਾਨੂੰ ਪਰਮਾਤਮਾ ਦੀ ਪ੍ਰਾਪਤੀ ਕਰਾ ਦੇਵਾਂਗੇ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਸਮੁੰਦਰ ਤੋਂ ਪਾਰ ਕਰਨ ਵਾਸਤੇ ਜੀਵਨ ਤਰਸ ਖਾ ਕੇ ਇਹਨਾਂ ਦੇ ਉਧਾਰ ਵਾਸਤੇ ਇਹ ਬਾਣੀ ਦਾ, ਪ੍ਰਭੂ ਦੀ ਕੀਰਤੀ ਦਾ, ਨਾਮ ਦਾ ਜਿਹੜਾ ਪੁਲ ਸੀ ਬੰਨ੍ਹ ਦਿੱਤਾ ਹੈ। ਜਿਹੜੇ ਨਾਮ ਜਪਣਗੇ, ਭਗਤੀ ਕਰਨਗੇ, ਸਿਮਰਨ ਕਰਨਗੇ, ਉਹ ਕਦੇ ਵਾਸਤੇ ਪਖੰਡੀਆਂ ਦੇ ਜਾਲ ਦੇ ਵਿੱਚ ਨਹੀਂ ਆਉਂਦੇ, ਨਾ ਹੀ ਉਹ ਪਖੰਡਾਂ ਦੇ ਵਿੱਚ, ਵਹਿਮਾਂ ਦੇ ਵਿੱਚ ਪੈ ਕੇ ਆਪਣੇ ਇਸ ਮਨੁੱਖਾ ਜਨਮ ਦੀ ਪ੍ਰਾਪਤੀ ਨੂੰ ਬਿਰਥਾ ਜਾਣ ਦਿੰਦੇ। ਮਹਾਰਾਜ ਜੀ ਦਾ ਪਾਵਨ ਬਚਨ ਬਾਣੀ ਅੰਦਰ ਪੜ੍ਹਦੇ ਹਾਂ ਕਿ ਜਿਨ੍ਹਾਂ ਨੇ ਪ੍ਰਭੂ ਦੇ ਨਾਲ ਪ੍ਰੇਮ ਕੀਤਾ ਹੈ, ਪ੍ਰੇਮਾ ਭਗਤੀ ਕਰਨ ਵਾਲੇ ਹੀ ਪ੍ਰਭੂ ਦੀ ਪ੍ਰਾਪਤੀ ਕਰ ਸਕੇ ਹਨ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਹਿਓ, ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ। ਬਾਸ ਕੀਓ ਬਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਜ ਕਹੋ ਸੁਨ ਲੇਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਪਖੰਡਾਂ ਦੇ ਨਾਲ, ਵਹਿਮਾਂ ਭਰਮਾਂ ਦੇ ਨਾਲ ਇਸ ਤਰ੍ਹਾਂ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਉਹ ਵਸ ਵਿੱਚ ਨਹੀਂ ਆਉਂਦਾ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਸਾਗਰ ਤੋਂ ਤਾਰਨ ਵਾਸਤੇ, ਜੀਵਾਂ ਦੇ ਉਧਾਰ ਵਾਸਤੇ ਇਹ ਬਾਣੀ ਦਾ, ਪ੍ਰਭੂ ਦੀ ਕੀਰਤੀ ਦਾ, ਨਾਮ ਦਾ, ਸਿਮਰਨ ਦਾ ਪੁਲ ਬੰਨਿਆ ਹੈ। ਕੀਰਤ ਗਾਏ ਸੁਨੈ ਪ੍ਰਭੂ ਕੀ, ਜਿਹੜੇ ਪ੍ਰੇਮ ਦੇ ਨਾਲ ਪ੍ਰਭੂ ਦੀ ਕੀਰਤੀ ਨੂੰ, ਜਸ ਨੂੰ ਗਾਉਂਦੇ ਨੇ, ਪ੍ਰਭੂ ਦੇ ਜਸ ਨੂੰ ਕੰਨਾਂ ਦੇ ਨਾਲ ਸੁਣਦੇ ਹਨ। ਤਨ ਹੰ ਤਜੀਏ ਲਖ ਰੰਗ ਸ਼ਹਾਬਾ, ਤੇ ਸੁਣਨ ਵਾਲੇ, ਕੀਰਤੀ ਨੂੰ ਕਰਨ ਵਾਲੇ ਤਨ ਦੀ ਹੰਗਤਾ, ਹਉਮੈ ਨੂੰ ਤਿਆਗ ਦਿੰਦੇ ਨੇ। ਕਿਉਂਕਿ ਕਵੀ ਜੀ ਕਹਿੰਦੇ ਨੇ ਜਿਹੜੀ ਤਨ ਦੀ ਹਉਮੈ ਹੈ ਨਾ, ਇਹ ਕਸੁੰਬੇ ਰੰਗ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਕਸੁੰਬਾ ਰੰਗ ਬਹੁਤੇ ਚਿਰ ਵਾਸਤੇ ਨਹੀਂ ਠਹਿਰਦਾ, ਇਸੇ ਕਰਕੇ ਇਹ ਸਰੀਰ ਦੀ ਜਿਹੜੀ ਹਉਮੈ ਹੈ, ਇਹ ਬਹੁਤੇ ਚਿਰ ਤੱਕ ਨਹੀਂ ਠਹਿਰਦੀ। ਜੇ ਬੰਦਾ ਸਰੀਰ ਦੀ ਸੁੰਦਰਤਾ ਦੀ ਹਉਮੈ ਕਰੇ ਤੇ ਸੁੰਦਰਤਾ ਸੁਹੱਪਣ ਵੀ ਕਿੰਨੇ ਚਿਰ ਵਾਸਤੇ ਹੈ। ਜੇ ਅਹੁਦੇ ਦੀ ਹਉਮੈ ਕਰੇ ਤੇ ਉਹ ਵੀ ਸਦਾ ਰਹਿਣ ਵਾਲਾ ਨਹੀਂ। ਸਰੀਰ ਦੇ ਨਾਲ ਜਿੰਨਾ ਵੀ ਕੁਝ ਜੁੜਿਆ ਹੈ, ਜੇ ਕਿਸੇ ਵਸਤੂ ਦੀ ਹਉਮੈ ਕਰਦਾ ਹੈ ਜੀਵ, ਤੇ ਕਹਿੰਦੇ ਨੇ ਕਿ ਉਹ ਤਾਂ ਕਸੁੰਬੇ ਰੰਗ ਦੀ ਤਰ੍ਹਾਂ, ਜਿਸ ਤਰ੍ਹਾਂ ਕਸੁੰਬਾ ਰੰਗ ਬਹੁਤੇ ਚਿਰ ਵਾਸਤੇ ਨਹੀਂ ਠਹਿਰਦਾ, ਇਸੇ ਤਰ੍ਹਾਂ ਤਨ ਦੀ ਹੰਗਤਾ, ਤਨ ਦੀ ਹਉਮੈ ਬਹੁਤੇ ਚਿਰ ਤੱਕ ਨਹੀਂ ਰਹਿੰਦੀ। ਰੰਗ ਧਨੀ ਦੁਖ ਪਾਰ ਪਰੈ, ਅਵਲੋਕਤ ਹੈ ਨਿਜ ਰੂਪ ਅਜਾਬਾ। ਜਿਨ੍ਹਾਂ ਨੇ ਇਹ ਬਾਣੀ ਨੂੰ, ਪ੍ਰਭੂ ਦੀ ਕੀਰਤੀ ਨੂੰ ਸੁਣਿਆ ਤੇ ਕੀਤਾ ਹੈ ਨਾ, ਉਹਨਾਂ ਨੇ ਆਪਣੇ ਪ੍ਰਕਾਸ਼ ਸਰੂਪ ਨੂੰ ਆਪਣੇ ਅੰਦਰ ਹੀ ਦੇਖ ਲਿਆ। ਜਿਨ੍ਹਾਂ ਨੇ ਆਪਣੇ ਅਚਰਜ ਸਰੂਪ ਨੂੰ ਆਪਣੇ ਹਿਰਦੇ ਘਰ ਵਿੱਚ ਦੇਖਿਆ ਹੈ। ਗੁਰੂ ਜੀ ਕਹਿੰਦੇ, ਕਵੀ ਜੀ ਕਹਿੰਦੇ ਨੇ, ਰੰਗ ਧਨੀ ਦੁਖ ਪਾਰ ਪਰੈ,
ਉਹ ਭਾਵੇਂ ਕੋਈ ਗਰੀਬ ਸੀ, ਭਾਵੇਂ ਕੋਈ ਅਮੀਰ ਸੀ, ਪਰ ਪ੍ਰਭੂ ਦੀ ਕੀਰਤੀ ਕਰਨ ਵਾਲੇ ਇਸ ਸੰਸਾਰ ਸਾਗਰ ਤੋਂ ਪਾਰ ਹੋ ਗਏ। ਦੇਵਨ ਦੇਵ ਸਦਾ ਪਦ ਸੇਵੋ। ਇਸ ਲਈ ਜੋ ਦੇਵਤਿਆਂ ਦੇ ਵੀ ਦੇਵਤੇ, ਉਹਨਾਂ ਦੇ ਸਦਾ ਪਦ ਸੇਵੋ, ਉਹਨਾਂ ਦੇ ਚਰਨਾਂ ਨੂੰ ਸਦਾ ਵਾਸਤੇ ਧਿਆਉਣਾ ਕਰੋ। ਯਾਹਰ ਪੀਰ ਗੁਰੂ ਜਗ ਬਾਬਾ। ਸਤਿਕਾਰਯੋਗ ਜਾਹਰ ਪ੍ਰਗਟ ਹਨ, ਪੀਰਾਂ ਦੇ ਪੀਰ, ਜਗਤ ਗੁਰੂ, ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ, ਜੋ ਸਤਿਗੁਰੂ ਦੇਵਤਿਆਂ ਦੇ ਵੀ ਦੇਵਤੇ ਸਰੂਪ ਹਨ। ਸਦਾ ਵਾਸਤੇ ਉਹਨਾਂ ਦੇ ਚਰਨਾਂ ਨੂੰ ਸੇਵਨਾ ਕਰੋ, ਉਹਨਾਂ ਦੇ ਚਰਨਾਂ ਨੂੰ ਧਿਆਉਣਾ ਕਰੋ। ਜਾਹਰ ਪੀਰ ਜਗਤ ਗੁਰ ਬਾਬਾ। ਸਤਿਗੁਰਾਂ ਤੋਂ ਵੱਡਾ ਪੀਰ ਕੌਣ ਹੈ? ਭਾਈ ਗੁਰਦਾਸ ਸਾਹਿਬ ਜੀ ਵੀ ਲਿਖਦੇ ਹਨ ਕਿ ਪੀਰਾਂ ਦੇ ਪੀਰ, ਜਾਰੇ ਪੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਮਤ ਮੰਦ ਭਲੇ ਭਏ ਕਲ ਮੈਂ ਨਰ ਰੰਗ। ਜਿਹੜੇ ਕਲਯੁਗ ਦੇ ਸਮੇਂ ਅੰਦਰ ਮੰਦੀ ਮਤ ਵਾਲੇ ਜੀਵ ਸਨ, ਦਿਓ ਹਰ ਨਾਮ ਤਨੈ ਮਨ ਮਾਨਕ। ਸ਼ੁਭ ਗੁਣਾਂ ਨੂੰ ਗਵਾ ਕੇ ਕੰਗਾਲ ਹੋ ਚੁੱਕੇ ਸਨ, ਉਹਨਾਂ ਨੂੰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹਰੀ ਦੇ ਨਾਮ ਰੂਪੀ ਮਾਣਕ ਦਿੱਤਾ ਹੈ ਨਾ, ਕਿਉਂਕਿ ਜਦੋਂ ਬੰਦਾ ਕੋਈ ਕੰਗਾਲ ਹੋਵੇ ਤੇ ਉਹਨੂੰ ਕਿਤੇ ਹੀਰਾ ਮਿਲ ਜਾਵੇ, ਮਾਣਕ ਮਿਲ ਜਾਵੇ, ਤੇ ਉਹਦੀ ਸਾਰੀ ਹੀ ਗਰੀਬੀ ਦੂਰ ਹੋ ਜਾਂਦੀ ਹੈ, ਕੰਗਾਲਪੁਣਾ ਕੱਟਿਆ ਜਾਂਦਾ ਹੈ। ਇਸੇ ਤਰ੍ਹਾਂ ਜਿਹੜੇ ਸ਼ੁਭ ਗੁਣਾ ਕਰਕੇ ਖਾਲੀ ਹੋ ਚੁੱਕੇ ਸਨ, ਕੰਗਾਲ ਹੋ ਚੁੱਕੇ ਸਨ, ਉਹਨਾਂ ਦੇ ਮਨ ਦੇ ਵਿੱਚ ਸਤਿਗੁਰੂ ਜੀ ਨੇ ਹਰੀ ਦੇ ਨਾਮ ਰੂਪੀ ਮਾਣਕ ਨੂੰ ਦਿੱਤਾ ਹੈ। ਤਨ ਮਾਨ ਤਜੇ ਸਿਮਰੇ ਜੇ ਸਦਾ। ਜਿਹੜੇ ਸਦਾ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹਨਾਂ ਨੇ ਆਪਣੇ ਤਨ ਦੇ ਮਾਨ ਨੂੰ, ਹਉਮੈ ਨੂੰ ਤਿਆਗ ਦਿੱਤਾ। ਪ੍ਰਗਟੇ ਘਟ ਅੰਤਰ ਗਿਆਨ ਅਚਾਨਕ। ਤੇ ਹਰੀ ਦਾ ਸਿਮਰਨ ਕਰਨ ਵਾਲਿਆਂ ਦੇ ਅੰਦਰ ਜਿਹੜਾ ਗਿਆਨ ਹੈ, ਸੱਚਾ ਗਿਆਨ ਹੈ, ਜੋ ਗੁਰੂ ਜੀ ਦਾ ਦਿੱਤਾ ਹੈ, ਉਹ ਪ੍ਰਗਟ ਹੋਇਆ ਹੈ। ਲਖ ਕੂਰ ਪਦਾਰਥ ਕੇ ਤਜ ਸਵਾਰਥ। ਜਿਨ੍ਹਾਂ ਦੇ ਅੰਦਰ ਗਿਆਨ ਪ੍ਰਗਟ ਹੋ ਗਿਆ, ਉਹਨਾਂ ਨੇ ਸਾਰੇ ਝੂਠੇ ਪਦਾਰਥਾਂ ਨੂੰ ਤਿਆਗ ਦਿੱਤਾ। ਝੂਠੇ ਪਦਾਰਥਾਂ ਨੂੰ ਤਿਆਗਣ ਕਰਕੇ ਤਜ ਸਵਾਰਥ, ਉਹਨਾਂ ਨੇ ਸਵਾਰਥ ਵੀ ਤਿਆਗ ਦਿੱਤੇ। ਉਹ ਸਵਾਰਥੀ ਨਹੀਂ ਰਹੇ, ਕਿਉਂਕਿ ਬੰਦੇ ਦਾ ਸੁਭਾਅ ਹੈ ਕਿ ਜਿਹਦੇ ਨਾਲ ਉਹਦਾ ਕੰਮ ਹੋਵੇ, ਉਹਦੇ ਨਾਲ ਉਹ ਮਿੱਤਰਤਾ ਰੱਖਦਾ ਹੈ। ਜਦੋਂ ਉਹਦਾ ਕੰਮ ਨਿਕਲ ਜਾਵੇ ਤੇ ਫਿਰ ਕਹਿ ਦਿੰਦਾ ਹੈ ਕਿ ਤੂੰ ਕੌਣ ਤੇ ਮੈਂ ਕੌਣ, ਮੇਰਾ ਤੇਰਾ ਕੋਈ ਰਿਸ਼ਤਾ ਨਹੀਂ। ਭਗਤ ਬਾਣੀ ਅੰਦਰ ਵੀ ਆਪਾਂ ਇਹ ਬਚਨ ਪੜ੍ਹਦੇ ਹਾਂ, ਨਿਰਤਨ ਆਦਰ ਕੋਈ ਨਾ ਦੇ, ਲੱਖ ਯਤਨ ਕਰੈ ਉਹ ਚਿਤ ਨਾ ਧਰੇ। ਇਸੇ ਤਰ੍ਹਾਂ ਜੀਵ ਦਾ ਸੁਭਾਅ ਹੈ ਕਿ ਜਿਹਦੇ ਨਾਲ ਕੰਮ ਹੈ, ਉਹਦੇ ਨਾਲ ਹੀ ਦਾ ਮਤਲਬ ਹੈ। ਪਰ ਜਿਨ੍ਹਾਂ ਨੇ ਸਿਮਰਨ ਕੀਤਾ ਹੈ, ਉਹਨਾਂ ਨੇ ਆਪਣੇ ਸਰੀਰ ਦਾ ਮਾਣ ਤਿਆਗ ਦਿੱਤਾ। ਉਹਨਾਂ ਅੰਦਰ ਸੱਚਾ ਗਿਆਨ ਪ੍ਰਗਟ ਹੋਇਆ। ਜਿਨ੍ਹਾਂ ਅੰਦਰ ਗਿਆਨ ਪ੍ਰਗਟ ਹੋਇਆ, ਉਹਨਾਂ ਨੇ ਪਦਾਰਥਾਂ ਨੂੰ ਨਾਸਵੰਤ ਜਾਣੇ। ਜਿਨ੍ਹਾਂ ਨੇ ਪਦਾਰਥ ਨਾਸਵੰਤ ਜਾਣ ਲਏ, ਉਹ ਸਵਾਰਥੀ ਨਹੀਂ ਹੁੰਦੇ, ਉਹ ਪਰਉਪਕਾਰੀ ਬਣ ਜਾਂਦੇ ਹਨ। ਭੇ ਪਰਮਾਰਥ ਮੈਂ ਦੁਖਹਾਨਕ। ਤੇ ਪਰਮਾਰਥ ਵਿੱਚ ਜਿਹੜੇ ਦੁੱਖ ਪਾਉਣ ਵਾਲੇ ਸਾਨੂੰ ਕੌਣ ਸਨ? ਇਹ ਪਦਾਰਥ ਹੀ ਤਾਂ ਸਨ। ਜਦੋਂ ਪਦਾਰਥਾਂ ਦੇ ਨਾਲ ਮੋਹ ਟੁੱਟ ਗਿਆ, ਸਵਾਰਥੀ ਨਹੀਂ ਰਹੇ, ਤੇ ਸਾਰੇ ਹੀ ਦੁੱਖ ਨਾਸ਼ ਹੋ ਗਏ। ਗੁਣ ਬ੍ਰਿੰਦ ਗਹੀਰ ਸਰੀਰ ਧਰਿਓ ਬਰ। ਕਹਿੰਦੇ ਗੁਣਾਂ ਦੇ ਸਮੁੰਦਰ ਪ੍ਰਭੂ ਨੇ ਹੀ ਇਸ ਸੰਸਾਰ ਸਾਗਰ ਨੂੰ ਪਾਰ ਕਰਨ ਵਾਸਤੇ, ਜੀਵਾਂ ਦੇ ਉਧਾਰ ਵਾਸਤੇ, ਉਹ ਪ੍ਰਭੂ ਜੀ ਨੇ ਸਰੀਰ ਧਾਰਨ ਕੀਤਾ ਹੈ। ਜਾਹਰ ਪੀਰ ਗੁਰੂ ਜਗ ਨਾਨਕ। ਕਿਹੜਾ ਸਰੀਰ ਧਾਰਿਆ ਹੈ? ਜਾਹਰ ਪੀਰ ਗੁਰੂ ਜਗ ਨਾਨਕ। ਜਗਤ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਸਰੂਪ ਧਾਰਨ ਕਰਕੇ ਉਹ ਪ੍ਰਭੂ ਆਪ ਸੰਸਾਰ ਦੇ ਵਿੱਚ ਆਏ ਹਨ। ਸ੍ਰੀ ਬਾਲਾ ਸੰਧੁਰ ਵਾਚ। ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਕਥਾ ਉਚਾਰਦੇ ਹਨ। ਚੌਪਈ ਸ੍ਰੀ ਕਰਤਾਰ ਪੁਰਖ ਦੁਖ ਗੰਜਣਾ। ਕਹਿੰਦੇ ਸ੍ਰੀ ਕਰਤਾਰ ਪੁਰਖ ਉਹ ਪਰਮਾਤਮਾ ਵਾਹਿਗੁਰੂ ਜੋ ਦੁੱਖਾਂ ਨੂੰ ਕੱਟਣ ਵਾਲੇ ਨੇ। ਭਗਤਨ ਕੇਰ ਸਦਾ ਮਨਰੰਜਣਾ। ਭਗਤਾਂ ਦੇ ਮਨ ਨੂੰ ਸਦਾ ਪ੍ਰਸੰਨ ਕਰਨ ਵਾਲੇ ਹਨ। ਦਿਨ ਤੇ ਵਿਦਾ ਹੋਏ ਹਟ ਆਏ। ਅਕਾਲ ਪੁਰਖ ਤੋਂ ਵਿਦਾ ਹੋ ਕੇ ਸਤਿਗੁਰੂ ਜੀ ਵਾਪਸ ਆਏ ਹਨ। ਜਗਤ ਗੁਰੂ ਸਿੱਖਣ ਸੁਖਦਾਈ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਜੋ ਸਿੱਖਾਂ ਨੂੰ ਸੁਖ ਦੇਣ ਵਾਲੇ ਨੇ। ਸ੍ਰੀ ਅੰਗਦ ਸੁਣਿਐ ਇਤਿਹਾਸਾ। ਭਾਈ ਬਾਲਾ ਜੀ ਇਤਿਹਾਸ ਸੁਣਾ ਰਹੇ ਨੇ। ਇਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਅੱਗੇ ਇਤਿਹਾਸ ਸੁਣੋ। ਹਮਰੇ ਟਿਗਿਆਏ ਸੁਖ ਰਾਸਾ। ਸੁੱਖਾਂ ਦੀ ਰਾਸ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸਾਡੇ ਪਾਸ ਆ ਗਏ। ਧਰੁਵ ਮੰਡਲ ਜੋ ਹੁਤੋ ਸੁਹਾਵਾ। ਜਿਹੜਾ ਧਰੁਵ ਮੰਡਲ ਸੀ ਬਹੁਤ ਸ਼ੋਭਨੀਕ, ਬੜਾ ਸੋਹਣਾ ਸੀ। ਕਹਤੇ ਹਮ ਕੋ ਸੰਗ ਰਲਾਵਾ। ਫਿਰ ਧਰੁਵ ਮੰਡਲ ਵਿੱਚ ਆ ਕੇ
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਆਪਣੇ ਨਾਲ ਰਲਾਇਆ। ਧਰੂ ਅਵਲੋਕੇ ਆਵਤ ਜਬਹੀ, ਜਦੋਂ ਧਰੂ ਜੀ ਨੇ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵਾਪਸ ਆਇਆ ਦੇਖਿਆ, ਨਮੋ ਪਰਸਪਰ ਕੀਏ ਮਿਲ ਤਬਹੀ, ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਹੈ। ਪੂਜਨ ਲਗਿਓ ਪਤੇ ਪੁਨ ਸੋਊ, ਹੁਣ ਧਰੂ ਜੀ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਸੱਚਖੰਡ ਦੇ ਬਾਰੇ ਪੁੱਛਣ ਲੱਗੇ ਹਨ। ਜਹਾਂ ਨਾ ਪਹੁੰਚ ਸਕਿਓ ਕਬ ਕੋਊ, ਜਿਸ ਸੱਚਖੰਡ ਦੇ ਵਿੱਚ ਕੋਈ ਨਹੀਂ ਪਹੁੰਚ ਸਕਿਆ। ਸੱਚਖੰਡ ਕੀ ਦਿਓ ਨਿਸ਼ਾਨੀ, ਧਰੂ ਜੀ ਕਹਿਣ ਲੱਗੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕਿ ਮਹਾਰਾਜ ਆਪ ਜੀ ਉਸ ਲੋਕ ਚੋਂ ਹੋ ਕੇ ਆਏ ਹੋ ਜਿਸ ਸੱਚਖੰਡ ਦੇ ਵਿੱਚ ਪ੍ਰਭੂ ਦਾ ਆਪਣਾ ਨਿਜ ਘਰ ਹੈ, ਜਿੱਥੇ ਹੋਰ ਕੋਈ ਨਹੀਂ ਪਹੁੰਚ ਸਕਿਆ। ਆਪ ਜੀ ਕਿਰਪਾ ਕਰਕੇ ਸੱਚਖੰਡ ਦੀ ਨਿਸ਼ਾਨੀ ਦੱਸੋ। ਕੈਸਾ ਦੇਖਿਓ ਪ੍ਰਭ ਨਿਰਬਾਨੀ, ਉਹ ਜੋ ਪ੍ਰਭੂ ਹੈ ਵਿਕਾਰਾਂ ਤੋਂ ਰਹਿਤ ਸ਼ੁੱਧ ਸਰੂਪ ਉਹ ਪਰਮਾਤਮਾ, ਉਸ ਦਾ ਸਰੂਪ ਕਿਸ ਤਰ੍ਹਾਂ ਹੈ। ਕੌਣੇ ਰੂਪ ਰੰਗ ਹੈ ਤਿਨ ਕੋ, ਉਸ ਦੇ ਸਰੂਪ ਬਾਰੇ ਉਹਦੇ ਰੰਗ ਬਾਰੇ ਦੱਸੋ। ਕੈਸਾ ਉਸ ਦਾ ਰੰਗ ਹੈ, ਕੈਸਾ ਰੂਪ ਹੈ। ਦਰਸ਼ਨ ਜਾਏ ਕੀਨ ਤੁਮ ਜਿਨ ਕੋ, ਤੁਸੀਂ ਜਾ ਕੇ ਪ੍ਰਭੂ ਦੇ ਸੱਚਖੰਡ ਦੇ ਵਿੱਚ ਦਰਸ਼ਨ ਕੀਤੇ ਹਨ। ਆਗਾ ਭਈ ਨ ਕਬਹੀ ਐਸੀ, ਪਹਿਲਾਂ ਤੇ ਮਹਾਰਾਜ ਕਦੇ ਇਸ ਤਰ੍ਹਾਂ ਨਹੀਂ ਹੋਇਆ। ਦੇਹ ਸਮੇਤ ਗਏ ਢਿਗ ਜੈਸੀ, ਜਿਸ ਤਰ੍ਹਾਂ ਆਪ ਜੀ ਦੇਹ ਦੇ ਸਮੇਤ ਸੱਚਖੰਡ ਗਏ ਹੋ। ਜਪਜੀ ਸਾਹਿਬ ਦੇ ਅੰਦਰ ਵੀ ਆਪਾਂ ਇਹ ਬਚਨ ਸਤਿਗੁਰਾਂ ਦੇ ਉਚਾਰਨ ਕੀਤੇ ਪੜ੍ਹਦੇ ਹਾਂ। ਜਿਹੜੇ ਪਹਿਲੇ ਖੰਡ ਹਨ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਇਹ 4 ਖੰਡ ਪਹਿਲੇ ਨੇ ਤੇ ਇਹਨਾਂ ਤੋਂ ਬਾਅਦ ਹੈ 5ਵਾਂ ਖੰਡ, ਉਹ ਹੈ ਸੱਚਖੰਡ। ਤੇ ਭਗਤ ਧਰੂ ਜੀ ਨੇ ਜਿਹੜੇ ਬਚਨ ਕੀਤੇ ਨੇ ਨਾ, ਕਹਿਣ ਲੱਗੇ ਕਿ ਆਗੈ ਭਈ ਨਾ ਕਬਹੀ ਐਸੇ, ਦੇਹ ਸਮੇਤ ਗਏ ਢਿਗ ਜੈਸੇ। ਪਹਿਲਾਂ ਤੇ ਕਦੇ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਦੇਹ ਦੇ ਸਮੇਤ ਸੱਚਖੰਡ ਗਿਆ ਹੋਵੇ। ਆਪ ਜੀ ਦੇਹ ਸਮੇਤ ਸੱਚਖੰਡ ਪਹੁੰਚੇ ਹੋ। ਕਿਉਂਕਿ ਜਪਜੀ ਸਾਹਿਬ ਅੰਦਰ ਪੜ੍ਹਦੇ ਹਾਂ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂ। ਇਹ ਕਰਮ ਖੰਡ ਦੇ ਵਿੱਚ ਪ੍ਰਭੂ ਦੇ ਉਹ ਅਨੰਨ ਪਿਆਰੇ ਸੇਵਕ ਹਨ ਜਿਹੜੇ ਆਪਣੇ ਹਿਰਦੇ ਵਿੱਚ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ, ਨਾਮ ਦੇ ਨਾਲ ਲਬਾਲਬ ਭਰੇ ਹਨ। ਉਹਨਾਂ ਦਾ ਵਾਸਾ ਵੀ ਸੰਤ ਜਨਾਂ ਦਾ, ਸਾਧ ਜਨਾਂ ਦਾ ਕਰਮ ਖੰਡ ਦੇ ਵਿੱਚ ਹੈ। ਹੁਣ ਸ਼ਰਮ ਖੰਡ ਦੇ ਵਿੱਚ ਤਾਂ ਉਹ ਪ੍ਰਮਾਤਮਾ ਪ੍ਰਭੂ ਆਪ ਵਸਦੇ ਜੋ ਆਦੇਸ਼ ਹਨ, ਪਰ ਸਰਬਦੇਸ਼ੀ ਵੀ ਨੇ। ਕਿ ਕੈਸਾ ਉਹਨਾਂ ਦਾ ਲੋਕ ਹੈ। ਮਹਾਰਾਜ ਦਾ ਬਚਨ ਪੜ੍ਹਦੇ ਹਾਂ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਆਪ ਜੀ ਸੱਚਖੰਡ ਹੋ ਕੇ ਆਏ ਹੋ। ਉੱਥੇ ਤਾਂ ਦੇਹ ਸਮੇਤ ਕੋਈ ਨਹੀਂ ਜਾਂਦਾ। ਤੇ ਧਰੂ ਜੀ ਦੇ ਇਹ ਬਚਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਪਹਿਲਾਂ ਕੋਈ ਜਾ ਨਹੀਂ ਸਕਿਆ ਉੱਥੇ ਤੁਸੀਂ ਦੇਹ ਸਮੇਤ ਗਏ ਹੋ। ਇਹਦਾ ਭਾਵ ਸਿੱਧਾ ਇਹੋ ਹੀ ਸੀ ਕਿ ਉਸ ਲੋਕ ਵਿੱਚ ਪਹਿਲਾਂ ਕੋਈ ਨਹੀਂ ਗਿਆ, ਤੁਸੀਂ ਗਏ ਹੋ, ਭਾਵ ਉਹ ਤੁਹਾਡਾ ਹੀ ਘਰ ਹੈ। ਉੱਥੇ ਆਪ ਜੀ ਰੂਪ ਰੰਗ ਤੋਂ ਰਹਿਤ ਹੋ, ਇੱਥੇ ਆਪ ਆਕਾਰ ਧਾਰ ਕੇ ਸੰਸਾਰ ਦੇ ਭਲੇ ਵਾਸਤੇ ਆਏ ਹੋ। ਧਰੂ ਜੀ ਪੁੱਛਦੇ ਨੇ ਕਿ ਆਪ ਜੀ ਦੱਸੋ, ਪਹਿਲਾਂ ਕਦੇ ਇਸ ਤਰ੍ਹਾਂ ਹੋਇਆ ਨਹੀਂ ਜਿਸ ਤਰ੍ਹਾਂ ਆਪ ਜੀ ਦੇਹ ਸਮੇਤ ਸੱਚਖੰਡ ਗਏ ਹੋ। ਉੱਤਮ ਭਗਤ ਧਰੁਵ ਤੁਮ ਸੁਣੀਏ, ਸੁਣ ਕੇ ਸਤਿਗੁਰੂ ਕਹਿਣ ਲੱਗੇ ਐ ਧਰੂ ਜੀ ਤੁਸੀਂ ਉੱਤਮ ਭਗਤ ਹੋ, ਸੁਣਨਾ ਕਰੋ। ਰੂਪ ਰੰਗ ਤਿਨ ਕੋ ਨਹਿ ਗੁਣੀਏ, ਰੂਪ ਰੰਗ ਤਿਨ ਕੋ ਨਹਿ ਗੁਣੀਏ। ਉਹ ਪ੍ਰਭੂ ਦਾ ਜੋ ਰੂਪ ਰੰਗ ਹੈ ਉਹ ਜਾਣਿਆ ਨਹੀਂ ਜਾਂਦਾ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਉਹ ਪ੍ਰਭੂ ਦਾ ਰੂਪ ਰੰਗ ਨਹੀਂ ਜਾਣਿਆ ਜਾਂਦਾ। ਭਗਤਨ ਧਿਆਨ ਹੇਤ ਬਿਨ ਜਾਉਨਾ, ਉਹ ਬਿਨਾਂ ਜੂਨ ਤੋਂ ਹੈ ਤੇ ਵਸਦਾ ਕਿੱਥੇ ਆ? ਭਗਤਾਂ ਦੇ ਧਿਆਨ ਦੇ ਵਿੱਚ ਵਸਦਾ ਹੈ। ਪ੍ਰਭੂ ਦਾ ਟਿਕਾਣਾ ਕਿੱਥੇ ਹੈ? ਭਗਤਾਂ ਦੇ ਧਿਆਨ ਵਿੱਚ, ਉਹਨਾਂ ਦੀ ਸੁਰਤ ਦੇ ਵਿੱਚ ਉਸ ਪ੍ਰਭੂ ਦਾ ਟਿਕਾਣਾ ਹੈ। ਇਸ ਕਰਕੇ ਤਾਂ ਉਹ ਸਰਬਦੇਸ਼ੀ ਹੈ ਨਾ। ਜਿੱਥੇ ਵੀ ਕੋ ਉਸ ਨੂੰ ਆਰਾਧਦਾ ਹੈ, ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇਸ ਕਰਕੇ ਉਹ ਬਿਨਾਂ ਜੂਨ ਤੋਂ ਹੈ, ਰੂਪ ਰੰਗ ਤੋਂ ਰਹਿਤ ਹੈ, ਪਰ ਭਗਤਾਂ ਦੇ ਧਿਆਨ ਦੇ ਵਿੱਚ ਉਹ ਪ੍ਰਭੂ ਵਸਦਾ ਹੈ। ਸੋਹਤ ਸਿਆਮ ਸਰੂਪ ਸਲੋਨਾ, ਉਹ ਪ੍ਰਭੂ ਦਾ ਸਰੂਪ ਬੜਾ ਸੁੰਦਰ ਹੈ। ਸਸ ਸਵਤਾ ਕੋਟਿਕ ਉਜਿਆਰਾ, ਕੈਸਾ ਉਸ ਦਾ ਸਰੂਪ ਹੈ? ਕਹਿੰਦੇ ਕਰੋੜਾਂ ਹੀ ਚੰਦਰਮੇ ਤੇ ਸੂਰਜ ਜਿਹੜੇ ਨੇ
ਉਹ ਪ੍ਰਭੂ ਦੇ ਸਰੂਪ ਬਰਾਬਰ ਨਹੀਂ ਹੋ ਸਕਦੇ। ਬ੍ਰਹਮਾਦਿਕ ਜਿਹ ਪਾਏ ਨਾ ਪਾਰਾ, ਜਿਸ ਪ੍ਰਭੂ ਦੀ ਮਹਿਮਾ ਨੂੰ ਬ੍ਰਹਮਾ ਆਦ ਜਿਹੜੇ ਦੇਵਤੇ ਨੇ ਨਹੀਂ ਪਾ ਸਕਦੇ। ਕੋਟ ਕਾਮ ਕੀ ਸੁੰਦਰਤਾਈ, ਕਰੋੜਾਂ ਕਾਮਦੇਵ ਦੀ ਵੀ ਸੁੰਦਰਤਾਈ ਉਹਦੇ ਅੱਗੇ ਫਿੱਕੀ ਹੈ। ਇਕ ਨਖ ਕੀ ਨਾ ਕਰੇ ਸਮਤਾਈ, ਪ੍ਰਭੂ ਦੇ ਇੱਕ ਨੌ ਦੀ ਵੀ ਬਰਾਬਰੀ ਨਹੀਂ ਕਰ ਸਕਦੇ ਕਰੋੜਾਂ ਕਾਮ ਦੇਵਤੇ ਜਿਹੜੇ ਨੇ। ਕੋ ਉਪਮਾ ਮਨ ਦੇਵੋ ਤਿਨ ਕੀ, ਹਾਂ, ਮੈਂ ਕਿਸ ਤਰ੍ਹਾਂ ਉਹ ਪ੍ਰਭੂ ਦੀ ਉਪਮਾ ਨੂੰ ਬਿਆਨ ਕਰ ਸਕਦਾ ਹਾਂ। ਸਰਬਰ ਕੋਇ ਨਾ ਦੇਖੋ ਜਿਨ ਕੀ, ਜਿਸ ਪ੍ਰਭੂ ਦੀ ਸਰਬਰ ਤੋਂ ਭਾਵ ਹੁੰਦਾ ਹੈ ਬਰਾਬਰੀ। ਹੁਣ ਤਾਂ ਕਹਿ ਕੇ ਉਹਦੇ ਸਰੂਪ ਨੂੰ ਦਸੀਏ ਕਿ ਉਹਦੇ ਸਰੂਪ ਬਰਾਬਰ ਉਹਦਾ ਸਰੂਪ ਹੈ, ਪਰ ਹੁਣ ਇੱਥੇ ਤਾਂ ਇਹੋ ਹੀ ਕਹਿਣਾ ਬਣਦਾ ਹੈ ਕਿ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਮਹਾਰਾਜ ਕਹਿਣ ਲੱਗੇ ਨੇ ਧਰੂ ਜੀ ਨੂੰ ਕਿ ਕਰੋੜਾਂ ਚੰਦਰਮੇ ਕਰੋੜਾਂ ਸੂਰਜ ਵੀ ਜਿਹੜੇ ਨੇ ਉਹ ਪ੍ਰਭੂ ਦੇ ਸਮਾਨ ਨਹੀਂ ਹੋ ਸਕਦੇ। ਬ੍ਰਹਮਾ ਆਦਿ ਜਿਹੜੇ ਦੇਵਤੇ ਹਨ ਉਹ ਵੀ ਪ੍ਰਭੂ ਦੀ ਮਹਿਮਾ ਨੂੰ ਬਿਆਨ ਨਹੀਂ ਕਰ ਸਕਦੇ। ਕਰੋੜਾਂ ਕਾਮਦੇਵ ਦੀ ਸੁੰਦਰਤਾਈ ਵੀ ਪ੍ਰਭੂ ਦੇ ਇੱਕ ਨਹੁੰ ਦੇ ਬਰਾਬਰ ਨਹੀਂ ਪਹੁੰਚ ਸਕਦੀ। ਅਨੇਕ ਬ੍ਰਹਮੰਡ ਦੇਹ ਮਹਿ ਬਣੇ, ਉਸ ਪ੍ਰਭੂ ਦੇ ਕਰੋੜਾਂ ਬ੍ਰਹਮੰਡ ਜਿਹੜੇ ਨੇ ਇੱਕ ਇੱਕ ਰੋਮ ਦੇ ਵਿੱਚ ਵਸਦੇ ਨੇ। ਪਾਰ ਬ੍ਰਹਮ ਕੀ ਦੇਹ ਮੂੰਹ ਕੋਟਕ ਬਿਸ਼ਨ ਮਹੇਸ਼, ਤੇ ਕਰੋੜਾਂ ਬ੍ਰਹਮਾ ਵਿਸ਼ਨੂੰ ਮਹੇਸ਼ ਇੱਕ ਰੋਮ ਚ ਨੇ। ਤੇ ਇੱਕ ਸ੍ਰਿਸ਼ਟੀ ਨੂੰ ਰਚਣ ਵਾਲੇ ਫਿਰ ਤਾਂ ਇੱਕ ਇੱਕ ਬ੍ਰਹਮੇ ਨਹੀਂ, ਕਰੋੜਾਂ ਕਰੋੜਾਂ ਜਿਹੜੇ ਬ੍ਰਹਮੇ ਹਨ ਇੱਕ ਰੋਮ ਦੇ ਵਿੱਚ ਵਸ ਰਹੇ। ਕਰੋੜਾਂ ਬ੍ਰਹਮੰਡ ਉਹ ਪ੍ਰਮਾਤਮਾ ਦੇ ਰੋਮ ਰੋਮ ਵਿੱਚ ਵਸ ਰਹੇ ਹਨ। ਜਿਉ ਤਰਵਰ ਬਹੁ ਫਲ ਕੇ ਸਨੇ, ਜਿਸ ਤਰ੍ਹਾਂ ਬ੍ਰਿਕਸ਼ ਬਹੁਤੇ ਫਲਾਂ ਦੇ ਨਾਲ ਭਰੇ ਹੋਣ। ਕਹਿਣ ਸੁਣਨ ਤੇ ਜਾਣ ਅਨੰਤਾ, ਤੇ ਉਹ ਪ੍ਰਭੂ ਦਾ ਸਰੂਪ ਕਹਿਣ ਤੋਂ ਸੁਣਨ ਤੋਂ ਬੇਅੰਤ ਹੈ। ਨਿਖਲ ਭਵਨਤ ਕੋ ਰਾਜਤ ਕੰਤਾ, ਜੋ ਪ੍ਰਭੂ ਅਕਾਲ ਪੁਰਖ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲੇ ਹਨ। ਸਭਨ ਵਿਖਿਆ ਜਿਹ ਜੋਤ ਸਮਾਨੀ, ਸਾਰੇ ਦੇ ਵਿੱਚ ਉਹ ਪ੍ਰਭੂ ਦੀ ਜੋਤ ਇੱਕ ਸਮਾਨ ਹੈ। ਸਦਾ ਅਲੇਪ ਸਰਬ ਕੋ ਦਾਨੀ, ਸਦਾ ਉਹ ਪ੍ਰਭੂ ਦਾਤੇ ਹਨ, ਆਪ ਲਿਪਾਏਮਾਨ ਨਹੀਂ ਹਨ, ਸੋ ਇਸੇ ਤਰ੍ਹਾਂ ਨਿਰਲੇਪ ਹਨ। ਸੁਣ ਕੀਨੋ ਤਰੁ ਹਰਖਿ ਅਪਾਰਾ, ਸੁਣ ਕੇ ਸਤਿਗੁਰਾਂ ਤੋਂ ਇਹ ਬਚਨ ਭਗਤ ਧਰੂ ਜੀ ਬੜੇ ਪ੍ਰਸੰਨ ਹੋਏ ਨੇ। ਨਿਰੰਕਾਰ ਕੇ ਤੁਮ ਆਕਾਰਾ, ਕਹਿਣ ਲੱਗੇ ਐ ਮਾਲਕ ਜੀ ਤੁਸੀਂ ਫਿਰ ਆਪ ਹੀ ਨਿਰੰਕਾਰ ਨੇ ਆਕਾਰ ਧਾਰਨ ਕੀਤਾ ਹੈ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਹੁਣ ਨਿਰੰਕਾਰ ਨੂੰ ਤਾਂ ਅਸੀਂ ਦੇਖਿਆ ਨਹੀਂ, ਪਰ ਤੁਹਾਨੂੰ ਦੇਖ ਕਰਕੇ ਇਹ ਜਾਣ ਗਏ ਹਾਂ ਕਿ ਨਿਰੰਕਾਰ ਹੈ ਪ੍ਰਭੂ ਅਕਾਲ ਪੁਰਖ ਜੀ, ਇਹ ਤੁਸੀਂ ਆਪ ਹੀ ਆਕਾਰ ਧਾਰਨ ਕੀਤਾ ਹੈ। ਧੰਨ ਗੁਰੂ ਨਾਨਕ ਸਾਹਿਬ ਦਾ ਨਿਸ਼ਚਾ ਮੋਹਿ ਅਧਿਕ ਅਤ ਗਾਢੋ, ਗੁਰੂ ਜੀ ਕਹਿੰਦੇ ਇਸ ਵਿੱਚ ਮੈਨੂੰ ਪੱਕਾ ਭਰੋਸਾ ਹੈ, ਪੱਕਾ ਯਕੀਨ ਹੈ। ਧੰਨ ਭਾਗ ਦੇਖਿਓ ਟਿਕ ਠਾਂਡੋ, ਤੇ ਮੇਰੇ ਧੰਨ ਭਾਗ ਹਨ ਕਿ ਤੁਹਾਨੂੰ ਮੈਂ ਆਪਣੇ ਪਾਸ ਦੇਖਿਆ ਹੈ, ਕਿਉਂਕਿ ਮੇਰਾ ਧਰੂ ਮੰਡਲ ਵੀ ਜਿਹੜਾ ਉਹ ਸੱਚਖੰਡ ਤੋਂ ਉਰਾ ਹੈ, ਪਰ ਆਪ ਜੀ ਸੱਚਖੰਡ ਚ ਹੋ ਕੇ ਆਏ ਹੋ ਤੇ ਸੱਚਖੰਡ ਵਿੱਚ ਉਹ ਤਾਂ ਪ੍ਰਭੂ ਹੀ ਨਿਵਾਸ ਕਰਦੇ ਨੇ ਤੇ ਉੱਥੇ ਤੁਸੀਂ ਹੀ ਗਏ ਹੋ। ਇਸ ਕਰਕੇ ਉਹ ਤੁਹਾਡਾ ਹੀ ਆਪਣਾ ਨਿਜ ਘਰ ਹੈ। ਜਿਸ ਪ੍ਰਭੂ ਦਾ ਰੂਪ ਰੰਗ ਰੇਖ ਕੋਈ ਨਹੀਂ, ਰੂਪ ਰੰਗ ਤੋਂ ਰਹਿਤ ਹੈ, ਉਹ ਪ੍ਰਭੂ ਦਾ ਸਰੂਪ ਜਿਹੜਾ ਹੈ ਤੇ ਉਹ ਨਿਰੰਕਾਰ ਨੇ ਆਪ ਹੀ ਆਕਾਰ ਧਾਰਿਆ ਹੈ। ਮੇਰੇ ਵੀ ਤਨ ਭਾਗ ਮੈਂ ਤੁਹਾਡੇ ਦਰਸ਼ਨ ਕੋਲ ਕੀਤੇ ਹਨ। ਕਲ ਮਹਿ ਨਾਮ ਕਰਹਿ ਉਪਦੇਸ਼ਾ, ਆਪ ਜੀ ਜੀਵਾਂ ਦੇ ਉਧਾਰ ਵਾਸਤੇ ਨਾਮ ਦਾ ਉਪਦੇਸ਼ ਦਿੰਦੇ ਹੋ। ਪਾਵਤ ਨਰਜੇ ਅਧਿਕ ਕਲੇਸ਼ਾ, ਜਿਹੜੇ ਕਲਯੁਗੀ ਜੀਵ ਬਹੁਤੇ ਕਲੇਸ਼ਾਂ ਵਿੱਚ ਫਸੇ ਹਨ, ਸਹਿ ਨਾ ਸਕੇ ਤਿਨ ਕੋ ਦੁਖ ਭਾਰੀ, ਤੇ ਆਪ ਜੀ ਉਹਨਾਂ ਦੁਖੀ ਜੀਵਾਂ ਦਾ ਭਾਰੀ ਦੁੱਖ ਨਹੀਂ ਦੇਖ ਸਕੇ। ਧਰਿਓ ਰੂਪ ਤੁਮ ਪਰਿ ਉਪਕਾਰੀ, ਫਿਰ ਆਪ ਜੀ ਉਪਕਾਰੀ ਹੋਏ ਹੋ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਸਤੇ। ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਆਪ ਜੀ ਨੇ ਦੇਹ ਧਾਰੀ ਹੈ। ਦੀਨ ਬੰਦ ਕੋ ਹੋ ਦੀਨ ਦਿਆਲਾ, ਆਪ ਜੀ ਦੀਨਾਂ ਦੇ ਬੰਧੂ ਹੋ, ਗਰੀਬਾਂ ਤੇ ਦਇਆ ਕਰਨ ਵਾਲੇ ਹੋ। ਦੀਨਾ ਨਾਥ ਨਾਮ ਵਿਸਾਲਾ, ਦੀਨਾਂ ਦੇ ਨਾਥ ਮਾਲਕ ਹੋ ਆਪ ਜੀ। ਆਪ ਜੀ ਦਾ ਨਾਮ ਬਹੁਤ ਵਿਸ਼ਾਲ ਵੱਡਾ ਹੈ। ਉਸਤਤ ਕੇ ਬਚ ਇਉਂ ਕਹਿ ਸੁਣ ਕੇ, ਇਸ ਤਰ੍ਹਾਂ ਧਰੂ ਜੀ ਨੇ ਸਤਿਗੁਰਾਂ ਦੀ ਉਸਤਤ ਕੀਤੀ ਹੈ। ਵੈਸੇ ਕਿਤਕ ਕਾਲ ਜਨ ਗੁਣ ਕੇ, ਆਪਣਾ ਦਾਸ ਜਾਣ ਕੇ ਧਰੂ ਭਗਤ ਜੀ ਦੇ ਪਾਸ ਕੁਝ ਸਮਾਂ ਰੁਕੇ ਹਨ। ਬੋਲੇ ਬਹੁਰ ਸੁਨੋ ਧਰਵ ਪਿਆਰੇ, ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਆ ਪਿਆਰੇ ਧਰੂ ਭਗਤ ਜੀ ਸੁਣੋ, ਅਬ ਚਲਨੇ ਕੀ ਚਾਹੇ ਹਮਾਰੇ, ਹੁਣ ਸਾਡੀ ਇਥੋਂ ਜਾਣ ਦੀ ਇੱਛਾ ਹੈ। ਕਰਨੇ ਕਾਜ ਜਾਏ ਤਲ ਸ਼ੋਨੀ, ਅਸੀਂ ਧਰਤੀ ਤੇ ਜਾ ਕੇ ਅਨੇਕਾਂ ਕਾਰਜ ਕਰਨੇ ਹਨ। ਆਇਸ ਦੇਹ ਤਵ ਕੀਰਤ ਨੋਨੀ, ਆਪ ਜੀ ਹੁਣ ਆਗਿਆ ਦਿਓ, ਤੁਹਾਡੀ ਕੀਰਤੀ ਬੜੀ ਸੁੰਦਰ ਹੈ, ਤੁਹਾਡੀ ਸ਼ੋਭਾ ਬੜੀ ਸੁੰਦਰ ਹੈ, ਤੇ ਤੁਸੀਂ ਆਗਿਆ ਦਿਓ। ਉਹ ਪ੍ਰਭੂ ਕਿਸੇ ਤੋਂ
ਆਗਿਆ ਨਹੀਂ ਲੈ ਕੇ ਕੋਈ ਕੰਮ ਕਰਦੇ, ਜੋ ਕੁਝ ਕਰਦੇ ਹਨ ਮਰਜ਼ੀ ਨਾਲ ਕਰਦੇ, ਪਰ ਆਪਣੇ ਪਿਆਰਿਆਂ ਦੇ ਭਗਤਾਂ ਦੇ ਉਹ ਅਧੀਨ ਹਨ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਪ੍ਰਭੂ ਨੂੰ ਕੋਈ ਹੁਕਮ ਨਹੀਂ ਕਰ ਸਕਦਾ, ਪਰ ਕਈ ਥਾਵਾਂ ਤੇ ਸੋ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਭਗਤ ਜਨਾਂ ਨੇ ਪਿਆਰ ਦੇ ਨਾਲ ਲਾਡ ਵਿੱਚ ਆ ਕੇ ਕਈ ਬਚਨ ਐਸੇ ਕੀਤੇ ਨੇ ਪ੍ਰਮਾਤਮਾ ਨੂੰ, ਪ੍ਰਭੂ ਨੂੰ। ਉਹ ਪੜ੍ਹ ਕੇ ਸੁਣ ਕੇ ਇੰਝ ਲੱਗਦਾ ਜਿਸ ਤਰ੍ਹਾਂ ਹੁਕਮ ਹੀ ਕੀਤਾ ਹੋ, ਕਿਉਂਕਿ ਕਈ ਵਾਰੀ ਲਾਡ ਦੇ ਵਿੱਚ ਆ ਕਰਕੇ ਉਹ ਜਿਹੜਾ ਪਿਤਾ ਹੈ ਆਪਣੇ ਪੁੱਤਰ ਦੀਆਂ ਸਾਰੀਆਂ ਗੱਲਾਂ ਮੰਨਣ ਨੂੰ ਤਿਆਰ ਹੋ ਜਾਂਦਾ। ਸੁਣ ਕੇ ਸਤਿਗੁਰੂ ਧਰੂ ਜੀ ਦੇ ਬਚਨ ਮਹਾਰਾਜ ਕਹਿੰਦੇ ਨੇ ਧਰੂ ਜੀ ਨੂੰ ਕਿ ਹੁਣ ਤੁਸੀਂ ਆਪਣੀ ਆਗਿਆ ਦਿਓ, ਕਿਉਂਕਿ ਸੁੰਦਰ ਸ਼ੋਭਾ ਵਾਲੇ ਹੋ ਨਾ, ਬਚਪਨ ਵਿੱਚ ਭਾਰੀ ਤਪ ਕੀਤਾ, ਤੁਹਾਡਾ ਬਹੁਤਾ ਜਸ ਸੰਸਾਰ ਦੇ ਵਿੱਚ ਹੈ, ਹੁਣ ਤੁਸੀਂ ਸਾਨੂੰ ਜਾਣ ਦੀ ਆਗਿਆ ਦਿਓ। ਧਰੁਵ ਸੁਣ ਕੇ ਇਹ ਬਚਨ ਉਚਾਰਾ, ਸੁਣ ਕੇ ਧਰੂ ਜੀ ਸਤਿਗੁਰਾਂ ਨੂੰ ਕਹਿਣ ਲੱਗੇ, ਆਇਸ ਸਦਾ ਤੁਮਹਿ ਕਰਤਾਰਾ। ਤੁਹਾਨੂੰ ਤਾਂ ਸਦਾ ਹੀ ਕਰਤਾਰ ਦੀ ਆਗਿਆ ਹੈ। ਵਿਚਰੋ ਜਹ ਇੱਛਾ ਉਰ ਤੇਰੀ, ਆਪ ਜੀ ਇੱਛਾ ਅਨੁਸਾਰ ਹੀ ਵਿਚਰ ਰਹੇ ਹੋ। ਕਲ ਮਹਿ ਨਾਸਹਿ ਦਰਸ਼ਨ ਹੀਰੇ, ਤੇ ਜਿਹੜੇ ਤੁਹਾਡੇ ਦਰਸ਼ਨ ਕਰਨਗੇ ਨਾ, ਉਹਨਾਂ ਦੇ ਕਲਮਲ ਨਾਸੈ, ਪਾਪ ਸਾਰੇ ਨਾਸ ਹੋ ਜਾਣਗੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਕਲਯੁਗੀ ਜੀਵਾਂ ਦੇ ਸਾਰੇ ਪਾਪ ਨਾਸ ਹੋਣਗੇ ਤੁਹਾਡੇ ਦਰਸ਼ਨ ਕਰਕੇ। ਕਰੀ ਪਰਸਪਰ ਤਬ ਹੀ ਬੰਧਨ, ਇਸ ਤਰ੍ਹਾਂ ਆਪਸ ਵਿੱਚ ਨਮਸਕਾਰਾਂ ਕੀਤੀਆਂ ਨੇ ਧਰੂ ਜੀ ਨੇ ਸਤਿਗੁਰਾਂ ਨੂੰ, ਤੇ ਸਤਿਗੁਰੂ ਜੀ ਨੇ ਧਰੂ ਜੀ ਨੂੰ ਭਗਤ ਜਾਣ ਕੇ, ਕਿਉਂਕਿ ਮਹਾਰਾਜ ਤਾਂ ਬੜੇ ਨਿਮਰਤਾ ਦੇ ਵਿੱਚ ਆ ਕੇ ਇੰਨੇ ਬਚਨ ਵੀ ਕਹਿ ਜਾਂਦੇ ਹਨ ਕਿ ਮੋਕੋ ਕਰ ਸੰਤਨ ਕੀ ਧੂਰੇ। ਸੋ ਇਸ ਤਰ੍ਹਾਂ ਪਿਆਰ ਦੇ ਨਾਲ ਧਰੂ ਜੀ ਨੂੰ ਭਗਤ ਜਾਣ ਕੇ ਉਹਨਾਂ ਨੂੰ ਵੀ ਨਮਸਕਾਰ ਕੀਤੀ ਹੈ। ਤਹਿ ਤੇ ਗਮਨੇ ਦੋਖ ਨਿਕੰਦਨ, ਦੋਸ਼ਾਂ ਨੂੰ ਕੱਟਣ ਵਾਲੇ, ਪਾਪਾਂ ਨੂੰ ਨਾਸ ਕਰਨ ਵਾਲੇ ਸਤਿਗੁਰੂ ਜੀ ਧਰੂ ਮੰਡਲ ਤੋਂ ਚੱਲ ਪਏ ਹਨ। ਕਿਤਕ ਦੂਰ ਤਬ ਹੀ ਚਲ ਆਏ, ਜਦੋਂ ਧਰੂ ਮੰਡਲ ਤੋਂ ਚੱਲ ਕੇ ਕਿੰਨੀ ਕੁ ਦੂਰੀ ਤੇ ਪਹੁੰਚੇ ਹਨ। ਮਰਦਾਨੇ ਤਬ ਬੈਣ ਅਲਾਈ, ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਇਸ ਤਰ੍ਹਾਂ ਕਹਿਣ ਲੱਗੇ, ਜੀਤੇ ਨਭ ਚਰ ਹੈ ਨਭ ਮਾਹੀ। ਸਤਿਗੁਰੂ ਜੀ ਜਿੰਨੇ ਆਕਾਸ਼ ਦੇ ਵਿੱਚ ਆਕਾਸ਼ ਮੰਡਲ ਹਨ, ਧਰੂ ਮੰਡਲ ਸਭ ਤੇ ਉਰ ਤਾਹੀ। ਧਰੂ ਜੀ ਦਾ ਜਿਹੜਾ ਮੰਡਲ ਹੈ ਇਹ ਸਭ ਤੋਂ ਉੱਪਰ ਹੈ, ਉੱਚਾ ਹੈ। ਭੂਤਲ ਤੇ ਊਰਦ ਹੈ ਜੇਤੂ, ਧਰਤੀ ਤੋਂ ਲੈ ਕੇ ਉੱਪਰ ਆਕਾਸ਼ ਤੱਕ ਜਿੰਨੇ ਮੰਡਲ ਹਨ, ਮੁਝੇ ਬਤਾਵੋ ਸ੍ਰੀ ਪ੍ਰਭ ਤੇਤੂ। ਐ ਸਤਿਗੁਰੂ ਜੀ ਸਾਰੇ ਜਿਹੜੇ ਮੰਡਲ ਨੇ ਉਹ ਮੇਰੇ ਤਾਈਂ ਦੱਸੋ। ਹਮ ਸੇ ਅਲਪਨ ਕੋ ਇਹ ਥਾਨਾ, ਕਿਉਂਕਿ ਸਾਡੇ ਵਰਗੇ ਜਿਹੜੇ ਅਲਪੱਗ ਜੀਵ ਨੇ, ਜਿਹੜੇ ਅਗਿਆਨੀ ਅਣਜਾਣ ਲੋਕ ਹਨ, ਤੁਮ ਬਿਨ ਕੌਣ ਦਿਖਾਏ ਮਹਾਨਾ। ਮਹਾਰਾਜ ਜੀ ਇਹਨਾਂ ਲੋਕਾਂ ਬਾਰੇ, ਇਹਨਾਂ ਮੰਡਲਾਂ ਬਾਰੇ ਕੌਣ ਦੱਸ ਸਕਦਾ ਏ? ਕਿਉਂਕਿ ਭਾਵੇਂ ਬੰਦੇ ਨੇ ਬਹੁਤ ਖੋਜ ਕੀਤੀ ਹੈ, ਪਰ ਬੰਦੇ ਦੀ ਖੋਜ ਵੀ ਉਨੀ ਕੁ ਹੋ ਸਕੀ ਹੈ ਕਿ ਜਿੰਨੀ ਕੁ ਪ੍ਰਭੂ ਨੇ ਆਪ ਕਰਵਾਈ ਹੈ। ਹੁਣ ਉਹਦੇ ਸਰੂਪ ਨੂੰ ਪੂਰਨ ਤੌਰ ਤੇ ਨਾ ਤੇ ਕੋਈ ਬਿਆਨ ਕਰ ਸਕਦਾ, ਨਾ ਜਾਣ ਸਕਦਾ ਹੈ। ਇੱਥੋਂ ਤੱਕ ਕਿ ਉਹਦੀ ਰਚੀ ਹੋਈ ਜਿਹੜੀ ਰਚਨਾ ਹੈ, ਸ੍ਰਿਸ਼ਟੀ ਹੈ, ਉਹਨੂੰ ਵੀ ਮੁਕੰਮਲ ਕੋਈ ਜਾਣ ਨਹੀਂ ਸਕਦਾ। ਇਸ ਲਈ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਅਸੀਂ ਤਾਂ ਅਗਿਆਨੀ, ਅਸੀਂ ਤਾਂ ਅਣਜਾਣ ਹਾਂ। ਇਹ ਜਿਹੜੇ ਮੰਡਲ ਤੁਸੀਂ ਦਿਖਾ ਦਿੱਤੇ ਨੇ ਨਾ, ਇਹ ਅਸੀਂ ਆਪ ਕਦੇ ਵੀ ਨਹੀਂ ਸੀ ਦੇਖ ਸਕਦੇ। ਆਪ ਕਿਰਪਾ ਕਰਕੇ ਹੁਣੇ ਦੱਸੋ ਕਿ ਮਾਤ ਲੋਕ ਤੋਂ ਲੈ ਕੇ ਜਿੰਨੇ ਵੀ ਧਰਤੀ ਤੋਂ ਲੈ ਕੇ ਉੱਪਰ ਮੰਡਲ ਹਨ, ਆਪ ਜੀ ਉਹਨਾਂ ਬਾਰੇ ਦੱਸੋ। ਸ੍ਰੀ ਗੁਰ ਕਹੈ ਸੁਨੋ ਮਰਦਾਨੇ, ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਾ ਜੀ ਸੁਣੋ। ਧਰੂ ਮੰਡਲ ਜੇ ਤੋਕ ਪਰਮਾਨੇ, ਜੇ ਧਰੂ ਮੰਡਲ ਨੂੰ ਪਰ ਵਿਸ਼ੇਸ਼ ਕਰਕੇ ਮੰਨੀਏ ਜਾਂ ਧਰੂ ਮੰਡਲ ਦਾ ਅੰਦਾਜ਼ਾ ਲਾਈਏ, 39 ਲੱਖ ਜੋਜਨ ਉੱਚਾ, ਤੇ 39 ਲੱਖ ਜੋਜਨ ਇਹ ਉੱਚਾ ਹੈ। ਧਰਤੀ ਤੋਂ ਲੈ ਕੇ ਜਿਹੜਾ ਧਰੂ ਮੰਡਲ ਹੈ ਨਾ, ਇਹਦੀ ਉਚਾਈ ਜੇ ਅੰਦਾਜ਼ਾ ਲਾ ਕੇ ਦੇਖੀਏ ਤੇ 39 ਲੱਖ ਜੋਜਨ ਉੱਚੀ ਹੈ। ਇਸ ਕੀ ਸਰਬਰ ਕੋ ਨਾ ਪਹੁੰਚਾ, ਇਸ ਦੇ ਬਰਾਬਰ ਧਰੂ ਮੰਡਲ ਦੇ ਬਰਾਬਰ ਹੋਰ ਕੋਈ ਵੀ ਜਿਹੜਾ ਨਹੀਂ ਪਹੁੰਚਿਆ। ਪ੍ਰਭ ਜੀ ਮੁਝ ਇੱਕ ਅਵਰ ਬਤਾਵੋ। ਭਾਈ ਮਰਦਾਨਾ ਸੁਣ ਕੇ ਕਹਿੰਦੇ, ਸਤਿਗੁਰੂ ਮੈਨੂੰ ਇੱਕ ਹੋਰ ਗੱਲ ਦੱਸੋ। ਲਖ ਅਜਾਣ ਨਹਿ ਮਨ ਖੁਣਸਾਵੋ। ਮਹਾਰਾਜ ਮੈਨੂੰ ਅਣਜਾਣ ਜਾਣ ਕੇ ਨਾ ਮੇਰੀ ਗੱਲ ਸੁਣ ਕੇ ਮਨ 'ਚ ਕਿਸੇ ਤਰ੍ਹਾਂ ਦਾ ਗੁੱਸਾ ਨਾ ਲਿਆਇਓ। ਧਰੂ ਮੰਡਲ ਤੇ ਗਏ ਅਗਾਰੀ, ਕਿਉਂਕਿ ਮੇਰਾ ਚਿੱਤ ਕਰਦਾ ਕਿ ਮੈਂ ਹੋਰ ਵੀ ਕੁਝ ਪੁੱਛਾਂ। ਮੈਨੂੰ ਇਹ ਦੱਸੋ ਕਿ ਇਹ ਤਾਂ ਪਤਾ ਲੱਗ ਗਿਆ ਕਿ ਮਾਤ ਲੋਕ ਤੋਂ ਧਰੂ ਮੰਡਲ 39 ਲੱਖ ਜੋਜਨ ਉੱਚਾ ਹੈ। ਹੁਣ ਮੈਨੂੰ ਇਹ ਵੀ ਦੱਸੋ ਕਿ ਆਪ ਜੀ ਧਰੂ ਮੰਡਲ ਤੋਂ ਅੱਗੇ ਗਏ ਹੋ ਜਿੱਧਰ ਸੱਚਖੰਡ ਵੱਲ, ਇਤੀ ਦੂਰ ਕਹੋ ਸੁਖਕਾਰੀ। ਐ ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ, ਉਹਦੀ ਦੂਰੀ ਕਿੰਨੀ ਹੈ? ਧਰਤੀ ਮੰਡਲ ਤੋਂ ਧਰੂ ਮੰਡਲ ਤਾਂ ਸੁਣ ਲਿਆ,
ਪਰ ਹੁਣ ਧਰੂ ਮੰਡਲ ਤੋਂ ਜੋ ਸੱਚਖੰਡ ਹੈ ਉਹਦੀ ਦੂਰੀ ਵੀ ਦੱਸੋ। ਅਪਰਮਾਨਸੋ ਸੁਨ ਮਰਦਾਨੇ, ਸਤਿਗੁਰੂ ਜੀ ਕਹਿੰਦੇ ਨੇ ਭਾਈ ਮਰਦਾਨਾ ਸੁਣ, ਤਿਨ ਕੀ ਗਿਣਤੀ ਹਵੈ ਨਾ ਬਖਾਨੇ। ਉਸ ਲੋਕ ਦੀ ਗਿਣਤੀ ਬਖਿਆਨ ਨਹੀਂ ਕੀਤੀ ਜਾ ਸਕਦੀ, ਉਹਦੀ ਨਾ ਤੇ ਦੂਰੀ ਦੱਸੀ ਜਾ ਸਕਦੀ ਹੈ, ਨਾ ਬਿਆਨ ਕੀਤੀ ਜਾ ਸਕਦੀ ਹੈ। ਨਾਮ ਅਨੰਤ ਅਲੇਖ ਅਪਾਰਾ, ਜਿਸ ਪ੍ਰਭੂ ਦਾ ਨਾਮ ਅੰਤ ਤੋਂ ਰਹਿਤ ਹੈ, ਜੋ ਆਪ ਲੇਖਾਂ ਤੋਂ ਰਹਿਤ ਹੈ, ਜਿਹਦਾ ਸਰੂਪ ਪਾਰਾਵਾਰ ਤੋਂ ਰਹਿਤ ਹੈ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਉਸ ਦੇ ਘਰ ਬਾਰੇ, ਉਸ ਦੇ ਦਰ ਬਾਰੇ, ਉਹਦੀ ਦੂਰੀ ਬਾਰੇ ਨਹੀਂ ਦੱਸਿਆ ਜਾ ਸਕਦਾ, ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਮੋਹਨ ਉੱਚਾ ਸਭ ਤੇ ਉੱਚਾ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਤੇਰਾ ਨਾਮ ਹੀ ਉੱਚਾ ਹੈ, ਤੇਰੇ ਸਰੂਪ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਤੇ ਦਰ ਘਰ ਬਾਰੇ ਕਿਸ ਤਰ੍ਹਾਂ ਦੱਸ ਸਕਦੇ ਹਾਂ ਕਿ ਉਹਦੇ ਦਰ ਦੀ ਉਚਾਈ ਕਿਤਨੀ ਕੁ ਹੈ। ਬ੍ਰਹਮਾਦਿ ਕਿਉ ਕਰਤੇ ਉਚਾਰਾ, ਹਾਂ, ਜਿਹੜੇ ਬ੍ਰਹਮਾ ਆਦ ਹੋਰ ਦੇਵਤੇ ਇਸ ਤਰ੍ਹਾਂ ਕਹਿੰਦੇ ਨੇ। ਦਇਆ ਧਾਰ ਦਿਖਰਾ ਵਹਿ ਜੇਤੂ, ਜੇ ਪ੍ਰਭੂ ਆਪ ਕਿਰਪਾ ਕਰਕੇ, ਦਇਆ ਕਰਕੇ ਆਪਣੇ ਪਿਆਰਿਆਂ ਨੂੰ ਦਿਖਾ ਦੇਣ। ਕਰਿਓ ਜੰਤ ਦੇਖਤ ਹੈ ਤੇ ਤੂੰ, ਉਹ ਜਨ ਜਿਹੜੇ ਨੇ ਉਹਦੇ ਘਰ ਨੂੰ ਦੇਖ ਸਕਦੇ, ਜਿਨ੍ਹਾਂ ਉੱਤੇ ਮਾਲਕ ਦਇਆ ਕਰੇ, ਤਰਸ ਕਰੇ। ਬਾਕੀ ਜਿਹੜੇ ਵੱਡੇ ਵੱਡੇ ਦੇਵਤੇ ਹਨ, ਰਿਸ਼ੀ ਮੁਨੀ ਨੇ, ਉਹ ਤਾਂ ਸਾਰੇ ਇਹੋ ਹੀ ਕਹਿੰਦੇ ਨੇ ਕਿ ਉਹਦਾ ਸਰੂਪ ਬੇਅੰਤ ਹੈ, ਪਾਰਾਵਾਰ ਤੋਂ ਰਹਿਤ ਹੈ, ਲੇਖਾਂ ਤੋਂ ਰਹਿਤ ਹੈ। ਉਹਨੂੰ ਕੌਣ ਬਿਆਨ ਕਰ ਸਕਦਾ ਸ਼ਬਦਾਂ ਦੇ ਵਿੱਚ ਉਹਦੇ ਦਰ ਘਰ ਨੂੰ। ਪਰ ਗੁਰੂ ਜੀ ਕਹਿੰਦੇ ਨੇ ਕਿ ਜਿਹਦੇ ਉੱਤੇ ਮਾਲਕ ਆਪਣੀ ਦਇਆ ਕਰਨ, ਕਿਰਪਾ ਕਰਨ, ਉਹਨਾਂ ਨੂੰ ਆਪਣਾ ਨਿਜ ਘਰ ਦਿਖਾ ਦਿੰਦੇ ਹਨ। ਓਰਕ ਕਹੂ ਨਾ ਪਾਇਓ ਕਾਹੂ, ਉਸ ਪ੍ਰਭੂ ਦਾ ਕੋਈ ਵੀ ਓੜਕ ਜਿਹੜਾ ਨਹੀਂ ਪਾ ਸਕਿਆ। ਸਰਬ ਆਨੰਦ ਕਹੈ ਮਿਲਤਾਹੂ, ਬਸ ਸਾਰੇ ਹੀ ਮਿਲ ਕੇ ਕਹਿੰਦੇ ਨੇ ਤੂੰ ਬੇਅੰਤ ਹੈ, ਤੂੰ ਬੇਅੰਤ ਹੈ। ਧੰਨ ਧੰਨ ਭਾਖੈ ਮਰਦਾਨਾ, ਭਾਈ ਮਰਦਾਨਾ ਜੀ ਸੁਣ ਕੇ ਕਹਿੰਦੇ ਨੇ ਸਤਿਗੁਰੂ ਧੰਨ ਹੈ, ਧੰਨ ਹੈ। ਉਹ ਮਾਲਕ ਵੀ ਧੰਨ ਹੈ, ਪ੍ਰਭੂ ਧੰਨ ਹੈ, ਤੁਸੀਂ ਧੰਨ ਹੋ। ਕਹੋ ਸਤ ਤੁਮ ਮਇਆ ਨਿਧਾਨਾ, ਇਹ ਕਿਰਪਾ ਦੇ ਖਜ਼ਾਨੇ ਸਤਿਗੁਰੂ ਆਪ ਜੀ ਸੱਚ ਹੀ ਕਹਿੰਦੇ ਹੋ। ਨਿਰੰਕਾਰ ਤੁਮ ਮਹਿ ਨਹਿ ਭੇਦਾ, ਨਿਰੰਕਾਰ ਵਿੱਚ ਅਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ, ਕੋਈ ਅੰਤਰ ਨਹੀਂ ਹੈ। ਕਾਰਨ ਕਰਨਾ ਕਾਲ ਅਛੇਦਾ, ਆਪ ਜੀ ਕਾਰਨਾਂ ਨੂੰ ਕਰਨ ਵਾਲੇ ਹੋ, ਆਪ ਕਾਲ ਤੋਂ ਰਹਿਤ ਹੋ, ਛੇਤ ਤੋਂ ਰਹਿਤ ਹੋ। ਅਬ ਭੂਤਲ ਕੋ ਆਪ ਪਧਾਰੇ, ਹੁਣ ਮਹਾਰਾਜ ਸੱਚਖੰਡ ਤੋਂ, ਧਰੂ ਮੰਡਲ ਤੋਂ ਅਸੀਂ ਮਾਤ ਲੋਕ ਵੱਲ, ਧਰਤੀ ਵੱਲ ਜਾ ਰਹੇ ਹਾਂ। ਕੌਣ ਦੇਸ਼ ਆਏ ਪੰਥ ਅਗਾਰੇ, ਆਪ ਜੀ ਇਹ ਦੱਸੋ ਕਿ ਰਸਤੇ ਵਿੱਚ ਕਿਹੜੇ ਕਿਹੜੇ ਦੇਸ਼ ਆਉਣਗੇ। ਕਿਤਕ ਦੇਰ ਮਹਿ ਚਲੋ ਗੁਸਾਈ, ਮਹਾਰਾਜ ਇਹ ਵੀ ਦੱਸੋ ਕਿ ਆਪਾਂ ਕਿੰਨੀ ਕੁ ਦੇਰੀ ਚ ਉੱਥੇ ਪਹੁੰਚਾਂਗੇ। ਸੁਨ ਕਰ ਸ੍ਰੀ ਗੁਰ ਗਿਰਾ ਅਲਾਈ, ਸੁਣ ਕੇ ਭਾਈ ਮਰਦਾਨੇ ਦੀ ਗੱਲ ਸਤਿਗੁਰੂ ਕਹਿਣ ਲੱਗੇ। ਦੋਹਰਾ ਸੂਰਤ ਬੰਦਰ ਆਵਹੀ, ਮਹਾਰਾਜ ਕਹਿੰਦੇ ਕਿ ਸੂਰਤ ਨਾਮ ਦੀ ਬੰਦਰਗਾਹ ਆਵੇਗੀ। ਲਟਕਾ ਚਪਟਾ ਫਿਰ ਲਕਟਾ ਅਤੇ ਚਪਟਾ ਇਹ ਦੇਸ਼ ਰਸਤੇ ਚ ਆਉਣਗੇ। ਮਛਲੀ ਬੰਦਰ ਜਾਏ ਪੋਨਾ, ਫਿਰ ਮਛਲੀ ਨਾਮ ਦੀ ਬੰਦਰਗਾਹ ਆਵੇਗੀ। ਸ਼ੀਗਰ ਕਰੈ ਨਾ ਦੇਰ, ਛੇਤੀ ਹੀ ਆਪਾਂ ਉੱਥੇ ਚੱਲਾਂਗੇ, ਦੇਰ ਨਹੀਂ ਲਾਵਾਂਗੇ। ਚੌਪਈ ਇਸ ਪ੍ਰਕਾਰ ਕੇ ਬਚਨ ਬਿਲਾਸਾ, ਇਸ ਤਰ੍ਹਾਂ ਦੇ ਬਚਨ ਬਿਲਾਸ ਕਰਦੇ ਆਂ। ਕਰਤ ਚਲਤ ਸਿੱਖਣ ਸੁਖ ਰਾਸਾ, ਬਚਨ ਕਰਦੇ ਆਂ ਚੱਲੇ ਹਨ ਸਿੱਖਾਂ ਨੂੰ ਸੁਖ ਦੇਣ ਵਾਲੇ ਸਤਿਗੁਰੂ ਜੀ। ਸੀਲਾ ਗਿਰ ਪਰ ਜਬ ਚਲੇ ਆਏ, ਚਲਦਿਆਂ ਪਹੁੰਚ ਗਏ ਨੇ ਜਿਸ ਪਹਾੜ ਦਾ ਨਾਮ ਸੀਲਾਗਰ ਹੈ। ਮਰਦਾਨੇ ਤਬ ਬੈਣ ਅਲਾਏ, ਸਤਿਗੁਰੂ ਜੀ ਨੂੰ ਭਾਈ ਮਰਦਾਨਾ ਕਹਿਣ ਲੱਗੇ। ਇਸ ਪਰਬਤ ਸੁੰਦਰ ਕੇ ਮਾਹੀ, ਸਤਿਗੁਰੂ ਜੀ ਇਹ ਜਿਹੜਾ ਸੀਲਾਗਰ ਪਰਬਤ ਹੈ ਇਹ ਬੜਾ ਦੇਖਣ ਵਿੱਚ ਸੋਹਣਾ ਹੈ। ਰਹਿਤ ਸੰਤ ਕੈਦੋਂ ਕੋ ਨਾਹੀ, ਇਹ ਦੱਸੋ ਕਿ ਸੀਲਾਗਰ ਪਰਬਤ ਦੇ ਉੱਤੇ ਕੋਈ ਸੰਤ ਸਾਧੂ ਰਹਿੰਦੇ ਹਨ ਕਿ ਨਹੀਂ। ਪਸ ਪੰਖੀ ਕੋ ਨਜ਼ਰ ਨਾ ਆਵਾ, ਕਿਉਂਕਿ ਇਸ ਪਹਾੜ ਦੇ ਉੱਤੇ ਬੜਾ ਸੋਹਣਾ ਦੇਖਣ ਵਿੱਚ, ਪਰ ਇੱਥੇ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਆ ਰਹੇ। ਸੁਨੋ ਸਭ ਇਸ ਸਥਾਨ ਦਿਖਾਵਾ, ਤੇ ਇਹ ਜਿਹੜਾ ਸਾਰਾ ਪਹਾੜ ਖਾਲੀ ਹੀ ਦਿਖ ਰਿਹਾ ਹੈ। ਸ੍ਰੀ ਗੁਰ ਕਹੈ ਸ਼ੁਦਾ ਤੁਹਿ ਲਾਗੀ, ਵੇਖ ਕੇ ਸਤਿਗੁਰੂ ਕਹਿਣ ਲੱਗੇ ਮਰਦਾਨਿਆਂ ਕੀ ਤੈਨੂੰ ਭੁੱਖ ਲੱਗੀ ਹੈ? ਤੂੰ ਪੁੱਛਦਾ ਪਿਆ ਕਿ ਇੱਥੇ ਕੋਈ ਸੰਤ ਸਾਧੂ ਨਹੀਂ ਰਹਿੰਦਾ, ਕੀ ਤੈਨੂੰ ਭੁੱਖ ਲੱਗੀ ਹੈ? ਕਿਉਂ ਕਰ ਬੂਝਤ ਹੈ ਬੜ ਭਾਗੀ, ਹੈ ਵਡ ਭਾਗਿਆ ਕਿਉਂ ਪੁੱਛਦਾ ਹੈ? ਇਸ ਗਿਰ ਪਰ ਨਰ ਰਹਿਤ ਨ ਕੋਊ, ਇਸ ਪਹਾੜ ਦੇ ਉੱਤੇ ਕੋਈ ਮਨੁੱਖ ਨਹੀਂ ਰਹਿੰਦਾ। ਅਗਲੋ ਥਲ ਅਵਲੋਕਤ ਜੋ, ਅਗਲਾ ਜਿਹੜਾ ਦੇਸ਼ ਆਵੇਗਾ, ਇਲਾਕਾ ਆਵੇਗਾ, ਤੂੰ ਦੇਖੇਗਾ। ਇਹ ਪਰ ਰਹਿਤ ਰਖੀ ਸੁਰ ਭੂਰੰ, ਉਸ ਪਹਾੜ ਦੇ ਉੱਤੇ ਮਹਾਨ ਰਿਸ਼ੀ ਰਹਿੰਦੇ ਹਨ। ਤਰਵਰ ਬਹੁ ਲਾਗੇ ਫਲ ਰੂਰੰ, ਬਹੁਤ ਬ੍ਰਿਕਸ਼ ਲੱਗੇ ਹਨ, ਉਹ ਫਲਾਂ ਦੇ ਨਾਲ ਭਰੇ ਹਨ। ਜੇਕਰ
ਤਵ ਮਨ ਮੈਂ ਹੋਇਆ ਚਾਹੀ। ਜੇਕਰ ਤੇਰੇ ਮਨ ਵਿੱਚ ਇੱਛਾ ਹੈ, ਚੱਲ ਕਰ ਤੈ ਫਲ ਲੀਜੈ ਖਾਹੀ। ਚੱਲ ਕੇ ਉਹਨਾਂ ਰੁੱਖਾਂ ਦੇ ਵਿੱਚੋਂ ਫਲ ਤੂੰ ਖਾ ਲਵੀਂ। ਸ੍ਰੀ ਪ੍ਰਭ ਸੁਣੀਏ ਸ਼ੁਦਾ ਨਾ ਕੋਈ। ਸੁਣ ਕੇ ਭਾਈ ਮਰਦਾਨਾ ਕਹਿੰਦੇ, ਮਹਾਰਾਜ ਮੈਨੂੰ ਕੋਈ ਭੁੱਖ ਨਹੀਂ ਲੱਗੀ। ਜਬ ਕੋ ਬਰ ਦੇ ਕਰ ਤੁਮ ਖੋਈ। ਜਦੋਂ ਆਪ ਜੀ ਮੈਨੂੰ ਸੱਚਖੰਡ ਵੱਲ ਲੈ ਕੇ ਜਾ ਰਹੇ ਸੀ ਨਾ, ਸੁਮੇਰ ਪਰਬਤ ਤੇ ਚੜ੍ਹਨ ਤੋਂ ਪਹਿਲਾਂ, ਉਦੋਂ ਹੀ ਭਾਈ ਮਰਦਾਨੇ ਦੀਆਂ ਸਾਰੀਆਂ ਭੁੱਖਾਂ ਸਤਿਗੁਰਾਂ ਨੇ ਦੂਰ ਕਰ ਦਿੱਤੀਆਂ ਸੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਉਦੋਂ ਹੀ ਕਿਰਪਾ ਕਰਕੇ ਸਾਰੀ ਭੁੱਖ ਮੇਟ ਦਿੱਤੀ ਸੀ। ਰਹੋ ਆਨੰਦ ਸਦਾ ਉਰਮਾਹੀ। ਹੁਣ ਤਾਂ ਮੇਰੇ ਮਨ ਵਿੱਚ ਸਦਾ ਹੀ ਆਨੰਦ ਹੈ। ਖਾਵਣ ਚਾਹੇ ਹੋਤ ਕਬ ਨਾਹੀ। ਹੁਣ ਕੁਝ ਖਾਣ ਦੀ ਮੈਨੂੰ ਇੱਛਾ ਨਹੀਂ ਹੁੰਦੀ। ਕਹਿਤ ਸੁਣਤ ਗਿਤ ਹੈ ਗਿਰ ਪਰ ਆਏ। ਕਹਿੰਦਿਆਂ ਸੁਣਦਿਆਂ ਉਸ ਪਹਾੜ ਦੇ ਉੱਤੇ ਪਹੁੰਚ ਗਏ ਨੇ, ਜਹਾਂ ਬਿਟਪ ਫਲ ਸਹਿਤ ਸੁਹਾਏ। ਜਿੱਥੇ ਬ੍ਰਿਕਸ਼ ਫਲਾਂ ਦੇ ਸਹਿਤ ਸ਼ੋਭ ਰਹੇ ਨੇ। ਅਨੇਕ ਰੰਗ ਕੇ ਸੁਮਨ ਸੁਹਾਵਨ। ਬੜੇ ਰੰਗਾਂ ਦੇ ਫੁੱਲ ਜਿਹੜੇ ਸ਼ੋਭ ਰਹੇ ਨੇ। ਜਿਨ ਪਰ ਭੋਰੇ ਕਰਹਿ ਪ੍ਰਮਾਵਨ। ਜਿਨ੍ਹਾਂ ਫੁੱਲਾਂ ਦੇ ਉੱਤੇ ਭੋਰੇ ਜਿਹੜੇ ਨੇ ਗੂੰਜ ਰਹੇ ਹਨ। ਲਤਾ ਬਹੁਤ ਜਿਨ ਸੋ ਉਰਜਾਨੀ। ਵੇਲਾਂ ਜਿਹੜੀਆਂ ਨੇ ਬਹੁਤ ਉਲਝੀਆਂ ਹੋਈਆਂ ਹਨ। ਸੁੰਦਰ ਅਤ ਛਾਇਆ ਸੁਖਦਾਨੀ। ਸੋਹਣੀ ਬਹੁਤੀ ਬ੍ਰਿਕਸ਼ਾਂ ਦੀ ਛਾਂ ਸੁਖ ਦੇਣ ਵਾਲੀ ਹੈ। ਅਨੇਕ ਬਿਦਨ ਲਾਗੇ ਫਲ ਸਰਸੰਗ। ਬੜੇ ਜਿਹੜੇ ਬ੍ਰਿਕਸ਼ਾਂ ਨੂੰ ਫਲ ਲੱਗੇ ਹਨ। ਸ਼ਾਖਾ ਭਾਰ ਭੂਮ ਸੋ ਪਰਸੰਗ। ਜਿਹੜੀਆਂ ਸ਼ਾਖਾਵਾਂ ਟਹਿਣੀਆਂ ਨੇ ਨਾ, ਉਹ ਫਲਾਂ ਦੇ ਸਹਿਤ ਭਰੀਆਂ ਧਰਤੀ ਵੱਲ ਝੁਕੀਆਂ ਨੇ। ਮਨੋ ਅਥਿਤ ਜੋ ਆਵਤ ਪਾਸਾ। ਮਾਨੋ ਕਿ ਕੋਈ ਲੋੜਵੰਦ ਇਹਨਾਂ ਬ੍ਰਿਕਸ਼ਾਂ ਦੇ ਕੋਲ ਆਉਂਦਾ ਹੈ। ਇਹਨੇ ਹੇਤ ਝੁਕੇ ਫਲ ਰਾਸਾ। ਉਹਨਾਂ ਨੂੰ ਫਲ ਸੁਖ ਦੇਣ ਵਾਸਤੇ, ਰਸ ਸਹਿਤ ਫਲ ਦੇਣ ਵਾਸਤੇ ਇਹ ਝੁਕੀਆਂ ਹੁਣ ਟਾਹਣੀਆਂ। ਬਿਨਹਿ ਸ਼ਰਮ ਲੈ ਤੋਰ ਸੁਖਾਰੀ। ਇਹ ਬਿਨਾਂ ਕਿਸੇ ਯਤਨ ਤੋਂ, ਬਿਨਾਂ ਕਿਸੇ ਕਸ਼ਟ ਤੋਂ ਰਾਹੀ ਫਲ ਤੋੜ ਸਕਣ। ਖਾਵੈ ਸਾਧ ਸ਼ੁਦਾ ਨਿਰਵਾਰੀ। ਤੇ ਸਵਾਦ ਵਾਲੇ ਜਿਹੜੇ ਫਲ ਖਾ ਕੇ ਆਪਣੀ ਭੁੱਖ ਦੂਰ ਕਰ ਸਕਣ। ਦੋਹਰਾ ਉਪਕਾਰੀ ਜੋ ਪੁਰਖ ਹੈ। ਕਹਿੰਦੇ ਜਿਹੜੇ ਉਪਕਾਰੀ ਪੁਰਖ ਹੁੰਦੇ ਹਨ, ਸਿੱਖਿਆ ਤੇ ਜਨ ਦੇਤ। ਉਹਨਾਂ ਦੇ ਤਾਂ ਹੀ ਇਹ ਸਿੱਖਿਆ ਦੇ ਰਹੇ ਹਨ ਬ੍ਰਿਕਸ਼। ਕਰ ਉਪਕਾਰ ਸੋ ਨਿਵ ਚਲੋ। ਕਿ ਉਪਕਾਰ ਕਰੋ ਤੇ ਸਦਾ ਨਿਮ ਕੇ ਚੱਲੋ, ਨਿਮਰਤਾ ਨਾਲ ਚੱਲੋ। ਦੀਨ ਦੁਖੀ ਸੁਖ ਹੇਤ। ਦੁਖੀਆਂ ਨੂੰ ਸੁਖ ਦੇਣ ਵਾਸਤੇ ਇਹ ਬ੍ਰਿਕਸ਼ ਜਿਹੜੇ ਨੇ ਨਾ, ਇਹ ਵੀ ਸਿੱਖਿਆ ਦੇ ਰਹੇ ਹਨ। ਕਿਹੜੀ ਸਿੱਖਿਆ ਦੇ ਰਹੇ ਨੇ? ਭਾਈ ਗੁਰਦਾਸ ਜੀ ਲਿਖਦੇ ਨੇ ਨਾ ਕਿ ਜੇ ਸਿੱਖਿਆ ਲੈਣੀ ਹੈ ਤੇ ਰੁੱਖ ਤੋਂ ਲੈ ਸਕਦੇ ਆ ਕਿ ਫਲ ਦੇ ਵੱਟ ਵਗਾਇਆ ਵੱਢਣ ਵਾਲੇ ਤਾਰ ਤਰਨ ਦਾ ਰੁੱਖ ਵੀ ਇਹ ਸਿੱਖਿਆ ਦੇ ਰਿਹਾ ਹੈ। ਜਿਹੜਾ ਫਲ ਉਹਦੇ ਟਾਹਣੀਆਂ ਭਰੀਆਂ ਹੋਈਆਂ ਥੱਲੇ ਨੂੰ ਝੁਕੀਆਂ ਨੇ, ਉਹ ਇਹ ਸਿੱਖਿਆ ਦੇ ਰਹੀਆਂ ਹਨ ਕਿ ਪਰਉਪਕਾਰ ਕਰੋ, ਨਿਮਰਤਾ ਦੇ ਵਿੱਚ ਰਹੋ, ਸਦਾ ਹੀ ਤੁਸੀਂ ਸੁਖ ਮਾਣੋਗੇ। ਚੌਪਈ ਸੀਤਲ ਬਿਮਲੰ ਨੌਰਾ ਨੀਰੰ। ਠੰਡੇ ਪਾਣੀ ਦਾ ਜਿਹੜਾ ਵਹਾਅ ਸੀ ਉਹ ਚੱਲ ਰਿਹਾ ਹੈ। ਮਾਰਗ ਸ਼ਰਮ ਕੀ ਖੋਵਤ ਪੀਰੰ। ਜਿਹੜਾ ਰਾਹੀ ਹੈ ਉਸ ਦੀ ਪੀੜਾ ਨੂੰ, ਥਕਾਵਟ ਨੂੰ ਦੂਰ ਕਰਨ ਵਾਸਤੇ। ਸ਼ਗਨ ਸੁਹਾਵਨ ਛਾਇਆ ਜਿਹਵਾ। ਜਿਹੜੇ ਬ੍ਰਿਕਸ਼ਾਂ ਦੀ ਛਾਂ ਬੜੀ ਸੁੰਦਰ ਸੀ, ਵੈਸੇ ਸ੍ਰੀ ਨਾਨਕ ਪਿਖ ਤਿਹਵਾ। ਸੋਹਣੇ ਰੁੱਖ ਦੀ ਛਾਂ ਨੂੰ ਦੇਖ ਕੇ ਸਤਿਗੁਰੂ ਉਸ ਦੇ ਥੱਲੇ ਬੈਠ ਗਏ ਨੇ। ਬਰਫਰ ਮਧੁਰ ਤੋਰ ਮਰਦਾਨੇ। ਬੜੇ ਸੁੰਦਰ ਫਲ ਜਿਹੜੇ ਸੀ ਭਾਈ ਮਰਦਾਨੇ ਨੇ ਤੋੜੇ ਨੇ ਰੁੱਖਾਂ ਨਾਲੋਂ। ਗੁਰ ਅਗਰਜ ਰਾਖੇ ਤਬੇ ਆਨੇ। ਤੋੜ ਤੋੜ ਕੇ ਫਲ ਸਤਿਗੁਰਾਂ ਦੇ ਅੱਗੇ ਲਿਆ ਰੱਖੇ ਨੇ। ਸੁੰਦਰ ਸਰਸ ਦੇਖ ਮਨ ਭਾਏ। ਉਹ ਜਿਹੜੇ ਫਲ ਬੜੇ ਸੁੰਦਰ ਨੇ, ਰਸਾਂ ਦੇ ਨਾਲ ਭਰੇ ਨੇ, ਮਨ ਭਾਉਂਦੇ ਦੇਖ ਕੇ। ਸ੍ਰੀ ਗੁਰ ਕਰ ਮੈਂ ਅਰਧ ਉਠਾਈ। ਸਤਿਗੁਰਾਂ ਨੇ ਅੱਧੇ ਜਿਹੜੇ ਫਲ ਸੀ ਭਾਈ ਮਰਦਾਨੇ ਨੇ ਤੋੜ ਕੇ ਰੱਖੇ ਨਾ, ਤੇ ਸਤਿਗੁਰਾਂ ਨੇ ਅੱਧੇ ਫਲ ਆਪਣੇ ਹੱਥ 'ਚ ਲਏ ਨੇ। ਸੋ ਮੋਕੋ ਦੀਨੇ ਤੇ ਕਾਲਾ। ਭਾਈ ਬਾਲਾ ਜੀ ਕਹਿੰਦੇ ਅੱਧੇ ਫਲ ਸਤਿਗੁਰਾਂ ਨੇ ਚੁੱਕ ਕੇ ਮੈਨੂੰ ਦੇ ਦਿੱਤੇ। ਰਾਖੇ ਅਰਦੰ ਆਪ ਕਿਰਪਾਲਾ। ਕਿਰਪਾਲੂ ਸਤਿਗੁਰਾਂ ਨੇ ਅੱਧੇ ਫਲ ਆਪਣੇ ਕੋਲ ਰੱਖ ਲਏ। ਮਰਦਾਨਾ ਤੋਰੇ ਸੋ ਖਾਵਤ। ਭਾਈ ਮਰਦਾਨਾ ਜੀ ਰੁੱਖ ਨਾਲੋਂ ਤੋੜ ਤੋੜ ਕੇ ਫਲ ਤੇ ਨਾਲ ਖਾ ਰਹੇ ਹਨ। ਸਾਧ ਸੁਦਾਸਮ ਅਧਿਕ ਅਗਾਵਤ। ਬੜੇ ਸਵਾਦਲੇ ਫਲ ਸਨ ਤੇ ਖਾ ਕੇ ਰੱਜ ਗਏ ਨੇ। ਦੋਹਰਾ ਸ਼ੋਰ ਸਕੈ ਨਹਿ ਖਾਏ ਬਹੁ। ਤੇ ਇਹਨੇ ਇਹ ਫਲ ਖਾ ਕਰਕੇ ਬਹੁਤ ਰੱਜ ਗਏ ਹਨ। ਕਰ ਲੋ ਉਦਰੰਗ ਪੂਰਾ। ਤੇ ਸ਼ੋਰ ਸਕੈ ਨਹਿ ਖਾਏ ਬਹੁ। ਤੇ ਇਹਨੇ ਸਵਾਦਲੇ ਸਨ ਕਿ ਛੱਡਦੇ ਨਹੀਂ ਸਨ। ਪੇਟ ਤਾਂ ਪੂਰਾ ਭਰ ਗਿਆ, ਗਲੇ ਤੱਕ ਪੇਟ ਭਰ ਆਇਆ ਹੈ। ਤੋਰ ਚੀਰ ਮਹਿ ਪਾਏ ਕਛ। ਤੋੜ ਕੇ ਕੁਝ ਜਿਹੜੇ ਫਲ ਸਨ ਆਪਣੇ ਪੱਲੇ ਨਾਲ ਬੰਨ ਲਏ ਨੇ। ਬਾਂਦੇ ਸਵਾਦੰ ਭੂਰਾ। ਬੜੇ ਸਵਾਦਲੇ ਫਲ ਸਨ। ਚੌਪਈ
ਵੈਸਿਓ ਗੁਰ ਸਮੀਪ ਸੁਆਨਾ। ਆ ਕੇ ਭਾਈ ਮਰਦਾਨਾ ਸਤਿਗੁਰਾਂ ਦੇ ਕੋਲ ਬੈਠ ਗਏ। ਬਿਗਸਤ ਬੋਲੇ ਮਇਆ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਹੱਸ ਕੇ ਬੋਲੇ ਹਨ। ਜੇ ਨਾ ਅਗਾਇਓ ਔਰਹਿ ਲੀਜਾ। ਮਰਦਾਨਿਆ ਜੇ ਤੂੰ ਫਲ ਖਾ ਕੇ ਰੱਜਿਆ ਨਹੀਂ ਤੇ ਸਾਡੇ ਕੋਲੋਂ ਵੀ ਲੈ ਲਾ। ਮਨ ਭਾਵਨ ਸੇ ਖਾਵਨ ਕੀਜਾ। ਮਨ ਪਾਉਂਦੇ ਫਲ ਤੂੰ ਖਾਣਾ ਕਰ। ਸ੍ਰੀ ਪ੍ਰਭ ਮਹਿ ਬੋ ਰਹਿਓ ਅਗਾਈ। ਮਹਾਰਾਜ ਮੈਂ ਫਲ ਖਾ ਕੇ ਬਹੁਤ ਰੱਜ ਗਿਆ ਹਾਂ। ਖਾਵਣ ਤ੍ਰਿਸ਼ਨਾ ਸਕਲ ਮਿਟਾਈ। ਖਾਣ ਦੀ ਸਾਰੀ ਤ੍ਰਿਸ਼ਨਾ ਮੇਰੀ ਮਿਟ ਗਈ ਹੈ। ਜੇ ਬਰਾਬਰ ਕੀ ਰੁਚ ਦੇਵਾਨਾ। ਸਤਿਗੁਰੂ ਜੇ ਤੁਹਾਡੀ ਇੱਛਾ ਹੈ ਕਿ ਮੈਨੂੰ ਫਲ ਦੇਣ ਦੀ ਇੱਕ ਦੋਏ ਦੇਹੋ ਖਾਵੋ ਕਰ ਲੇਵਾਨਾ। ਤੇ ਮੈਂ ਤੁਹਾਡੇ ਹਸਤ ਕਮਲਾਂ ਤੋਂ ਲੈ ਕੇ ਜ਼ਰੂਰ ਖਾਵਾਂਗਾ। ਨਿਜ ਕਰ ਸੋ ਗੁਰ ਫਰ ਜੁਗ ਦੀਨੇ। ਆਪਣੇ ਹੱਥਾਂ ਦੇ ਨਾਲ ਸਤਿਗੁਰਾਂ ਨੇ 2 ਫਲ ਭਾਈ ਮਰਦਾਨੇ ਨੂੰ ਦਿੱਤੇ ਨੇ। ਲੈ ਕਰ ਤਬ ਹੀ ਖਾਵਨ ਕੀਨੇ। ਉਹ ਦੋਵੇਂ ਫਲ ਲੈ ਕੇ ਭਾਈ ਮਰਦਾਨੇ ਨੇ ਖਾ ਲਏ। ਖਾਣੇ ਕੀ ਰੁਚ ਉਦਰ ਅਗਾਇਓ। ਤੇ ਖਾਣੇ ਕੀ ਰੁਚ ਉਦਰ ਅਗਾਇਓ। ਰੁਚੀ ਅਨੁਸਾਰ ਖਾਦੇ ਨੇ ਪੇਟ ਭਰ ਗਿਆ ਹੈ। ਤੇਸ਼ਨ ਬਹੁਰੋ ਬੈਣ ਅਲਾਇਓ। ਉਸ ਵੇਲੇ ਭਾਈ ਮਰਦਾਨਾ ਕਹਿਣ ਲੱਗੇ ਦੋਹਰਾ ਸਾਧ ਸੁਦਾ ਸਮ ਫਲ ਮధుਰ। ਮਹਾਰਾਜ ਅੰਮ੍ਰਿਤਮਈ ਇਹ ਫਲ ਮਿੱਠੇ ਹਨ। ਇਹਾ ਕੌਣ ਇਨ ਖਾਏ। ਇਹ ਦੱਸੋ ਕਿ ਅੰਮ੍ਰਿਤਮਈ ਫਲਾਂ ਨੂੰ ਇੰਨੇ ਮਿੱਠੇ ਫਲਾਂ ਨੂੰ ਇੱਥੇ ਕੌਣ ਖਾਂਦਾ ਹੈ। ਜਦੋਂ ਬਾਅਦ ਏ ਜਾਵਈ। ਜਾਂ ਫਿਰ ਇਹ ਫਲ ਮਹਾਰਾਜ ਬਿਰਥੇ ਹੀ ਜਾਂਦੇ ਨੇ। ਮਾਨਵ ਕੋ ਨਾ ਦਿਸਾਈ। ਇੱਥੇ ਕੋਈ ਵੀ ਜਿਹੜਾ ਮਨੁੱਖ ਹੈ ਉਹ ਨਹੀਂ ਦਿਸ ਰਿਹਾ। ਜੋ ਪਈ ਗੁਰ ਕਹਿ ਜੇ ਨਹਿ ਖਾਵਨ ਹਾਰੂ। ਸਤਿਗੁਰੂ ਜੀ ਕਹਿੰਦੇ ਜੇ ਫਲਾਂ ਨੂੰ ਕੋਈ ਨਹੀਂ ਖਾਣ ਵਾਲਾ ਕਿਉ ਉਪਜਤ ਹਿਰਦੇ ਵਿਚਾਰ। ਫਿਰ ਮਰਦਾਨਿਆਂ ਹਿਰਦੇ 'ਚ ਵਿਚਾਰ ਕੇ ਪ੍ਰਭੂ ਨੇ ਫਲ ਲਾਏ ਕਿਉਂ ਨੇ। ਲਾਏ ਤਾਂ ਹੀ ਨੇ ਨਾ ਕਿ ਇੱਥੇ ਕੋਈ ਆ ਕੇ ਖਾ ਸਕੇ, ਆਪਣੀ ਲੋੜ ਪੂਰੀ ਕਰ ਸਕੇ। ਜੇ ਕੋਈ ਖਾਣ ਵਾਲਾ ਹੀ ਨਾ ਹੁੰਦਾ ਤੇ ਇੱਥੇ ਫਲ ਪ੍ਰਭੂ ਨੇ ਕਿਉਂ ਲਾਉਣੇ ਸੀ। ਨਿਰੰਕਾਰ ਕੇ ਸੰਤ ਜੇ ਈਠੇ। ਮਹਾਰਾਜ ਕਹਿੰਦੇ ਨੇ ਇੱਥੇ ਪ੍ਰਭੂ ਦੇ ਸੁੰਦਰ ਸੰਤ ਰਹਿੰਦੇ ਹਨ। ਤਿਨ ਕੇ ਹੇਤ ਕਰੇ ਫਲ ਮੀਠੇ। ਉਹਨਾਂ ਸੰਤਾਂ ਨੂੰ ਉਹਨਾਂ ਦੀ ਪੇਟ ਦੀ ਪੂਰਤੀ ਕਰਨ ਵਾਸਤੇ ਪ੍ਰਭੂ ਨੇ ਮਿੱਠੇ ਫਲ ਰੁੱਖਾਂ ਨਾਲ ਲਾਏ ਨੇ। ਰੁਚ ਸੋ ਖਾਏ ਲਗਾਏ ਸਮਾਧਾ। ਉਹ ਰੁਚੀ ਨਾਲ ਫਲ ਖਾ ਕੇ ਸਮਾਧੀ ਵਿੱਚ ਜੁੜਦੇ ਨੇ। ਕਰਤ ਭਜਨ ਜਿਨ ਮੋਹ ਨਾ ਬਾਧਾ। ਉਹ ਸੰਤ ਫਲ ਖਾ ਕੇ ਰੁਚੀ ਅਨੁਸਾਰ ਸਮਾਧੀ ਵਿੱਚ ਜੁੜ ਜਾਂਦੇ ਨੇ ਤੇ ਜਿਨ੍ਹਾਂ ਅੰਦਰ ਥੋੜਾ ਵੀ ਮੋਹ ਨਹੀਂ ਹੈ। ਕਿਤਕ ਕਾਲ ਪ੍ਰਭ ਹੇਠਾਂ ਰਹੀਏ। ਕੁਝ ਕੁ ਸਮਾਂ ਸਤਿਗੁਰੂ ਇੱਥੇ ਹੀ ਰਹਿ ਜਾਈਏ। ਮਿਲੇ ਸੰਤ ਬਜ ਸੁਣੀਏ ਕਹੀਏ। ਜਿਹੜੇ ਸੰਤ ਇੱਥੇ ਰਹਿੰਦੇ ਨੇ ਨਾ ਇਸ ਦੇਸ਼ 'ਚ, ਇਸ ਪਹਾੜ ਤੇ, ਉਹਨਾਂ ਸੰਤਾਂ ਦੇ ਨਾਲ ਮਿਲੀਏ, ਬਚਨ ਸੁਣੀਏ ਤੇ ਕੁਝ ਸੁਣਾਈਏ। ਬਿਗਸਤ ਬੋਲੇ ਕਰੁਣਾ ਡੀਠਾ। ਸੁਣ ਕੇ ਸਤਿਗੁਰੂ ਮੁਸਕਰਾ ਪਏ, ਹੱਸ ਪਏ ਹਨ। ਗੁਰੂ ਜੀ ਕਹਿਣ ਲੱਗੇ ਤੋ ਕੋ ਲਗਿਓ ਸਵਾਦ ਫਲ ਮੀਠਾ। ਕਿਰਪਾ ਦ੍ਰਿਸ਼ਟੀ ਨਾਲ ਦੇਖ ਕੇ ਮਹਾਰਾਜ ਕਹਿੰਦੇ ਮਰਦਾਨਿਆਂ ਦੱਸ ਇਹ ਫਲ ਤੈਨੂੰ ਬਹੁਤੇ ਮਿੱਠੇ ਲੱਗੇ ਨੇ। ਕਰ ਆਹਾਰ ਕੋ ਲਾਲਚ ਮਨ ਮੈਂ। ਇਹਨਾਂ ਫਲਾਂ ਦਾ ਤੂੰ ਭੋਜਨ ਕਰਕੇ ਮਨ 'ਚ ਲਾਲਚ ਕਰਦਾ ਹੈ। ਰਾਖਿਓ ਚਹਿਤ ਅਬੈ ਤੂੰ ਮਨ ਮੈਂ। ਹੁਣ ਸਾਨੂੰ ਇੱਥੇ ਬਨ ਵਿੱਚ ਹੀ, ਬਾਗ ਵਿੱਚ ਹੀ, ਇਸੇ ਜੰਗਲ 'ਚ ਹੀ ਰੱਖਣਾ ਚਾਹੁੰਦਾ ਹੈ। ਇਸ ਪ੍ਰਕਾਰ ਕੋ ਹਾਸ ਬਿਲਾਸਾ। ਇਸ ਤਰ੍ਹਾਂ ਸਤਿਗੁਰੂ ਹਾਸ ਬਿਲਾਸ ਦੇ ਬਚਨ ਕਰ ਰਹੇ ਨੇ। ਕਰਤ ਹੁਠੇ ਤੇ ਠਾਂ ਸੁਖ ਰਾਸਾ। ਜਿਸ ਜਗ੍ਹਾ ਸੁੱਖਾਂ ਦੀ ਖਾਣ ਬੈਠੇ ਸਨ ਤੇਸ਼ਨ ਏਕ ਰਖੀ ਚੱਲ ਆਇਓ। ਉਸ ਵਕਤ ਇੱਕ ਰਿਖੀ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ। ਆ ਸਿਮਰਨ ਮਹਿ ਜੋ ਲਪਟਾਇਓ। ਉਹ ਰਿਸ਼ੀ ਜਿਹੜਾ ਪ੍ਰਭੂ ਦੇ ਸਿਮਰਨ ਦੇ ਵਿੱਚ ਭਿੱਜਾ ਸੀ। ਅਮੈ ਬਲੋਕਤ ਬੋਲਿਓ ਸੋ। ਭਾਈ ਬਾਲਾ ਜੀ ਕਹਿੰਦੇ ਸਤਿਗੁਰੂ ਸਾਨੂੰ ਦੇਖ ਕੇ ਉਹ ਜਿਹੜਾ ਰਿਸ਼ੀ ਕਹਿਣ ਲੱਗਾ ਇਹ ਨਾ ਪਹੁੰਚਿਓ ਕਬਿਅਸ ਕੋ। ਪਹਿਲਾਂ ਤਾਂ ਸਾਨੂੰ ਦੇਖ ਕੇ ਤਿੰਨਾਂ ਨੂੰ ਹੈਰਾਨ ਹੋ ਗਿਆ। ਫਿਰ ਦੇਖ ਕੇ ਉਹ ਰਿਖੀ ਕਹਿਣ ਲੱਗਾ ਕਿ ਇਸ ਜਗ੍ਹਾ ਤੇ ਪਹਿਲਾਂ ਕੋਈ ਨਹੀਂ ਇਸ ਤਰ੍ਹਾਂ ਪਹੁੰਚਿਆ। ਗੋਤਮ ਕੈਸੇ ਆਣ ਪਹੁੰਚੇ। ਇਹ ਦੱਸੋ ਕਿ ਤੁਸੀਂ ਕਿਸ ਤਰ੍ਹਾਂ ਇੱਥੇ ਪਹੁੰਚੇ ਹੋ। ਬਿਕਮ ਥਾਨ ਭੂ ਤੇ ਗਿਰ ਊਚੇ। ਇਹ ਤਾਂ ਬੜੇ ਉੱਚੇ ਪਹਾੜ ਨੇ, ਇੱਥੇ ਪਹੁੰਚਣਾ ਤੇ ਬਹੁਤ ਕਠਿਨ ਹੈ, ਮੁਸ਼ਕਲ ਹੈ। ਅਵਲੋਕਤ ਅਚਰਜ ਉਰਿਆਏ। ਕਹਿੰਦਾ ਹੈ ਕਿ ਦੇਖਣ ਵਿੱਚ ਤਾਂ ਬੜੀ ਹੈਰਾਨੀ ਹੋ ਰਹੀ ਹੈ ਕਿ ਪਹਿਲਾਂ ਤੇ ਕਦੇ ਕੋਈ ਇਸ ਤਰ੍ਹਾਂ ਇੱਥੇ ਆਇਆ ਨਹੀਂ। ਤੁਸੀਂ ਕੌਣ ਹੋ, ਕਿਸ ਤਰ੍ਹਾਂ ਆਏ ਹੋ। ਮੁਝੇ ਆਪਣੋ ਨਾਮ ਬਤਾਏ। ਮੈਨੂੰ ਆਪਣਾ ਨਾਮ ਦੱਸੋ, ਤੁਹਾਡਾ ਨਾਂ ਕੀ ਹੈ। ਸੁਨ ਕਰ ਸ੍ਰੀ ਗੁਰ ਗਿਰਾ ਉਚਾਰੀ। ਇਸ ਰਿਖੀ ਦੀ ਗੱਲ ਸੁਣ ਕੇ ਗੁਰੂ ਜੀ ਨੇ ਉੱਤਰ ਦਿੱਤਾ ਨਾਮ ਮੋਰ ਨਾਨਕ ਨਿਰੰਕਾਰੀ। ਮਹਾਰਾਜ ਕਹਿੰਦੇ ਸਾਡਾ ਨਾਮ ਨਾਨਕ ਨਿਰੰਕਾਰੀ ਹੈ। ਸੰਤ ਭਗਤ ਕੇ ਦਰਸ਼ਨ ਹੇਤੇ। ਅਸੀਂ ਭਗਤਾਂ ਦੇ, ਸੰਤਾਂ ਦੇ ਦਰਸ਼ਨ ਕਰਨ ਵਾਸਤੇ ਵਿਚਰਤ ਸਰਬ ਥਾਨ ਸੁਖ ਲੇਤੇ। ਸਾਰੀਆਂ ਥਾਵਾਂ ਤੇ ਵਿਚਰ ਰਹੇ ਹਾਂ ਸੁਖ ਦੇ ਨਾਲ। ਸੋਨ ਇਉ ਰਖ ਹਿਰਦੇ ਹਰਖਾਵਾ। ਸੁਣ ਕੇ ਨਾ ਮਹਾਰਾਜ ਦਾ ਇਹ ਉੱਤਰ, ਜਦੋਂ ਸਤਿਗੁਰਾਂ ਨੇ ਕਿਹਾ ਸਾਡਾ ਨਾਮ ਨਾਨਕ ਨਿਰੰਕਾਰੀ ਹੈ,
ਤੇ ਉਹ ਰਿਸ਼ੀ ਜਿਹੜਾ ਸੀ ਬੜਾ ਪ੍ਰਸੰਨ ਹੋਇਆ। ਹੇਤ ਬੂਝਨੇ ਬੈਣ ਅਲਾਵਾ, ਫਿਰ ਪੁੱਛਣ ਵਾਸਤੇ ਇਸ ਤਰ੍ਹਾਂ ਕਿਹਾ, ਸ੍ਰੀ ਨਾਨਕ ਜੀ ਹੈ ਤੁਮ ਨਾਮੂ। ਕਹਿਣ ਲੱਗਾ, ਮਹਾਰਾਜ ਜੇ ਤੁਹਾਡਾ ਨਾਮ ਸ਼੍ਰੀ ਨਾਨਕ ਹੈ, ਆਓ ਚਰਨਨ ਹੋਏ ਮੋਰ ਪ੍ਰਣਾਮੂ। ਫਿਰ ਤੁਹਾਡੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਹੈ। ਇਹਦਾ ਭਾਵ ਇਹ ਹੈ ਕਿ ਰਿਖੀ ਕਮਾਈ ਵਾਲੇ ਜਿਨ੍ਹਾਂ ਦੇ ਹਿਰਦੇ ਨਾਮ ਦੇ ਨਾਲ ਭਰੇ ਹੋਏ ਨੇ, ਹੋਰਾਂ ਦੇ ਤਾਂ ਹੀ ਇਹ ਬਚਨ ਨਹੀਂ ਕਹਿੰਦੇ ਹੋਣਗੇ ਕਿ ਤੁਹਾਡੇ ਚਰਨਾਂ ਤੇ ਮੇਰੀ ਨਮਸਕਾਰ ਹੈ। ਜਦੋਂ ਇਹਨੇ ਸੁਣਿਆ ਨਾ, ਸ਼੍ਰੀ ਨਾਨਕ ਜੀ ਹੈ ਤੁਮ ਨਾਮੂ, ਜੇ ਤੁਹਾਡਾ ਨਾਮ ਨਾਨਕ ਹੈ ਨਾ, ਤਾਂ ਉਹ ਚਰਨਨ ਹੋਏ ਮੋਰ ਪ੍ਰਣਾਮੂ, ਤੁਹਾਡੇ ਚਰਨਾਂ ਦੇ ਉੱਤੇ ਮੇਰੀ ਨਮਸਕਾਰ ਬੰਦਨਾ ਹੈ। ਗੁਰ ਬੂਝਿਓ ਤੂੰ ਕਿਉਂ ਕਰ ਜਾਣੈ, ਸਤਿਗੁਰੂ ਜੀ ਕਹਿੰਦੇ, ਦੱਸੋ ਰਿਖੀ ਜੀ ਤੁਸੀਂ ਇਹ ਨਾਮ ਕਿਸ ਤਰ੍ਹਾਂ ਜਾਣਦੇ ਹੋ? ਕਿਹ ਤੇ ਸੁਣ ਕੇ ਹਮੈ ਪਛਾਨੈ, ਤੇ ਇਹ ਨਾਮ ਸੁਣ ਕੇ ਤੁਸੀਂ ਸਾਨੂੰ ਪਛਾਣਿਆ ਹੈ। ਮੁਨਵਰ ਭਣੈ ਮੋਰ ਗੁਰ ਪੂਰਾ। ਉਹ ਜਿਹੜਾ ਰਿਖੀ ਸੀ ਸੁਣ ਕੇ ਕਹਿਣ ਲੱਗਾ, ਮਹਾਰਾਜ ਮੇਰਾ ਗੁਰੂ ਕਮਾਈ ਵਾਲਾ ਹੈ। ਤੇ ਇੱਕ ਸਮੈ ਕਹਿਓ ਬਚਰੂਰਾ, ਇੱਕ ਸਮੇਂ ਮੇਰੇ ਗੁਰੂ ਨੇ ਬੜਾ ਸੋਹਣਾ ਇਹ ਬਚਨ ਮੈਨੂੰ ਸੁਣਾਇਆ ਸੀ ਕਲੀ ਕਾਲ ਮੈਂ ਹੋਇਆ ਅਵਤਾਰਾ। ਕਿ ਜਦੋਂ ਮੈਂ ਕਿਹਾ ਸੀ ਨਾ ਕਿ ਕਲਯੁਗ ਦੇ ਸਮੇਂ ਅੰਦਰ ਮੰਦੀ ਮੱਤ ਵਾਲੇ ਲੋਕ ਨੇ, ਇਹਨਾਂ ਦਾ ਉਤਾਰਾ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ, ਤੇ ਮੇਰੇ ਗੁਰੂ ਨੇ ਉੱਤਰ ਦਿੱਤਾ ਸੀ ਕਮਾਈ ਵਾਲੇ ਨੇ ਕਿ ਕਲੀ ਕਾਲ ਮੈਂ ਹਵੈ ਅਵਤਾਰਾ। ਕਲਯੁਗ ਦੇ ਸਮੇਂ ਅੰਦਰ ਉਹ ਹਰੀ ਪ੍ਰਭੂ ਆਪ ਅਵਤਾਰ ਧਾਰਨਗੇ। ਨਾਮ ਜਪਾਵਣ ਦੰਭ ਬਿਦਾਰਾ, ਉਹ ਨਾਮ ਨੂੰ ਜਪਾਉਣਗੇ, ਪਖੰਡਾਂ ਦਾ ਨਾਸ਼ ਕਰਨਗੇ। ਭਗਤ ਜਗਤ ਮਹਿ ਸੋ ਪ੍ਰਗਟਾਵੈ, ਸੰਸਾਰ ਦੇ ਵਿੱਚ ਭਗਤੀ ਨੂੰ ਪ੍ਰਗਟ ਕਰਨਗੇ। ਜਹ ਤਹ ਉਤਮ ਧਰਮ ਚਲਾਵੈ, ਜਿੱਥੇ ਕਿਤੇ ਵੀ ਇੱਕੋ ਧਰਮ ਚਲਾਉਣਗੇ। ਉਹ ਕਿਹੜਾ ਧਰਮ ਹੈ? ਸਰਬ ਧਰਮ ਮਹਿ ਸ਼੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਸ਼ੁਭ ਕਰਮਾਂ ਵਾਲਾ, ਭਗਤੀ ਕਰਨ ਵਾਲਾ, ਨਾਮ ਜਪਣ ਵਾਲਾ ਧਰਮ ਚਲਾਉਣਗੇ। ਦਰਸ ਕਰਤ ਪੀ ਭਾਵਨ ਮੋਹੀ, ਤੇ ਮੇਰੀ ਬੜੀ ਇੱਛਾ ਸੀ ਕਿ ਮੈਨੂੰ ਤੁਹਾਡੇ ਦਰਸ਼ਨ ਹੋਣ। ਸ੍ਰੀ ਨਾਨਕ ਜੀ ਹੋ ਤੁਮ ਉਹੀ, ਐ ਧੰਨ ਗੁਰੂ ਨਾਨਕ ਦੇਵ ਜੀ ਆਪ ਉਹੀ ਨਾਨਕ ਹੋ ਜਿਹਦੇ ਬਾਰੇ ਮੇਰੇ ਗੁਰੂ ਨੇ ਦੱਸਿਆ ਸੀ। ਅਸ ਕਹਿ ਬੰਧਨ ਹੇਤ ਸਮੀਪਾ, ਇਸ ਤਰ੍ਹਾਂ ਕਹਿ ਕੇ ਨਾ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਨੇੜੇ ਆਇਆ। ਗਿਓ ਜਹਾਂ ਬੇਦੀ ਕੁਲ ਦੀਪਾ, ਉੱਥੇ ਆ ਗਿਆ ਜਿੱਥੇ ਬੇਦੀਆਂ ਦੇ ਕੁਲ ਦੇ ਦੀਪਕ ਸਤਿਗੁਰੂ ਬਿਰਾਜਮਾਨ ਨੇ। ਨਿਜ ਕਰ ਪਰ ਲੈ ਕੇ ਤੇ ਸੀਸੰ, ਤੇ ਸਤਿਗੁਰੂ ਜੀ ਨੇ ਨਾ ਆਪਣੇ ਹੱਥਾਂ ਵਿੱਚ ਉਹਦਾ ਸਿਰ ਲੈ ਲਿਆ। ਆਦਰ ਕਰਤ ਭਏ ਜਗਦੀਸੰ, ਮਹਾਰਾਜ ਜੀ ਨੇ ਬੜਾ ਉਸ ਦਾ ਵੀ ਆਦਰ ਕੀਤਾ ਕਿ ਤੂੰ ਕਮਾਈ ਵਾਲਾ ਹੈ, ਭਗਤੀ ਵਾਲਾ ਹੈ। ਜਦੋਂ ਸਿਰ ਚਰਨਾਂ ਤੇ ਰੱਖਣ ਲੱਗਾ, ਮਹਾਰਾਜ ਜੀ ਨੇ ਉਹਦਾ ਸਿਰ ਆਪਣੇ ਹੱਥਾਂ 'ਚ ਲੈ ਕੇ ਬਹੁਤਾ ਸਨਮਾਨ ਕੀਤਾ। ਬੂਝਣ ਲਗੇ ਕੌਣ ਤੁਮ ਨਾਮੂ, ਸਤਿਗੁਰੂ ਪੁੱਛਦੇ ਨੇ ਕਿ ਤੁਹਾਡਾ ਨਾਮ ਕੀ ਹੈ? ਗੁਰ ਕੋ ਨਾਮ ਭਣਿਓ ਅਬਿਰਾਮੂ, ਆਪਣੇ ਗੁਰੂ ਦਾ ਵੀ ਸੋਹਣਾ ਨਾਂ ਦੱਸ। ਮੋਹੇ ਨਾਮ ਕਲਿਆਣ ਲਖੀਜਾ, ਉੱਤਰ ਦਿੰਦਾ ਹੈ, ਕਹਿਣ ਲੱਗਾ, ਮਹਾਰਾਜ ਮੇਰਾ ਨਾਮ ਹੈ ਕਲਿਆਣ, ਇਹ ਮੇਰਾ ਨਾਂ ਜਾਣ ਲਓ। ਸੀਲ ਸੈਣ ਗੁਰ ਨਾਮ ਜਨੀਜਾ, ਤੇ ਮੇਰੇ ਗੁਰੂ ਦਾ ਨਾਮ ਹੈ ਸੀਲ ਸੈਣ। ਤੁਮਰੇ ਦਰਸ ਮਿਲਿਓ ਦੁਖ ਹੰਤਾ, ਮਹਾਰਾਜ ਤੁਹਾਡੇ ਜਿਹੜੇ ਦਰਸ਼ਨ ਨੇ ਨਾ, ਉਹ ਦੁੱਖਾਂ ਨੂੰ ਨਾਸ਼ ਕਰਨ ਵਾਲੇ ਨੇ। ਜਪ ਤਪ ਸਗਲੇ ਸਫਲ ਭਵੰਤਾ, ਮਹਾਰਾਜ ਹੁਣ ਮੈਂ ਜਾਣ ਗਿਆ ਕਿ ਮੇਰੇ ਜਪ ਤਪ ਕੀਤੇ ਸਫਲੇ ਹੋ ਗਏ ਨੇ, ਤੁਹਾਡੇ ਦਰਸ਼ਨ ਹੋ ਗਏ ਨੇ ਨਾ। ਤੇ ਆਪਾਂ ਜਪ ਤਪ ਭਗਤੀ ਕਰਦੇ ਹੀ ਪ੍ਰਭੂ ਦੇ ਦਰਸ਼ਨਾਂ ਵਾਸਤੇ ਸੀ। ਤੇ ਮੇਰੇ ਗੁਰੂ ਨੇ ਦੱਸਿਆ ਸੀ ਕਿ ਪਖੰਡਾਂ ਨੂੰ ਨਾਸ਼ ਕਰਨ ਵਾਸਤੇ, ਭਗਤੀ ਨੂੰ ਫੈਲਾਉਣ ਵਾਸਤੇ ਇਹ ਸੰਸਾਰ ਦੇ ਉੱਤੇ ਨਾਨਕ ਨਾਮ ਲੈ ਅਵਤਾਰ ਧਾਰਨਗੇ। ਉਹ ਪ੍ਰਭੂ ਨਾਨਕ ਨਾਮ ਧਰਾਉਣਗੇ। ਹੁਣ ਮਹਾਰਾਜ ਤੁਹਾਡੇ ਦਰਸ਼ਨ ਹੋਏ ਨੇ, ਮੇਰੇ ਜਪ ਤਪ ਕੀਤੇ ਸਫਲੇ ਹੋਏ ਹਨ। ਇਉ ਮਿਲ ਗਮਨਿਓ ਆਸ਼ਰਮ ਆਪਣਾ, ਇਸ ਤਰ੍ਹਾਂ ਮਹਾਰਾਜ ਜੀ ਨੂੰ ਮਿਲ ਕੇ ਤੇ ਜਿਹੜਾ ਰਿਖੀ ਸੀ ਨਾ, ਇਹ ਬੜੀ ਛੇਤੀ ਆਪਣੇ ਆਸ਼ਰਮ ਚ ਗਿਆ ਜਿੱਥੇ ਇਹਨਾਂ ਰਿਸ਼ੀਆਂ ਦਾ ਟਿਕਾਣਾ ਸੀ। ਜਹ ਬਹੁਤ ਤਪੀ ਕਰੇ ਬੜ ਤਾਪਣ, ਜਿਸ ਟਿਕਾਣੇ ਦੇ ਉੱਤੇ ਬਹੁਤ ਰਿਸ਼ੀ ਬੈਠ ਕੇ ਤਪ ਕਰ ਰਹੇ ਸਨ। ਹਿਰਦੇ ਰਹਿਓ ਅਦਕ ਹਰ ਖਾਈ, ਸਾਰੇ ਹਿਰਦੇ ਵਿੱਚ ਬੜੇ ਪ੍ਰਸੰਨ ਸਨ। ਸਭ ਹਿਨ ਕੋ ਸੁਧ ਜਾਏ ਸੁਨਾਈ, ਇਹਨੇ ਖੁਸ਼ ਹੋ ਕੇ ਜਾ ਕੇ ਨਾ ਸਾਰੇ ਰਿਸ਼ੀਆਂ ਨੂੰ ਇਹ ਖੁਸ਼ੀ ਦੀ ਖਬਰ ਸੁਣਾਈ ਹੈ। ਸ੍ਰੀ ਨਾਨਕ ਜਿਨ ਕੀ ਤੁਮ ਜਿਨ ਕੀ ਸ਼ੁਭ ਬਾਤਾ, ਕਹਿਣ ਲੱਗਾ ਕਿ ਉਹ ਸ੍ਰੀ ਨਾਨਕ ਜਿਨ੍ਹਾਂ ਦੀ ਆਪਾਂ ਸ਼ੁਭ ਬਾਤ ਰੋਜ਼ ਸੁਣਦੇ ਸੀ। ਕਰਤ ਹੋ ਤੋ ਕਬ ਕਬ ਮਿਲ ਤਾਤਾ, ਆਪਾਂ ਮਿਲ ਕੇ ਜਾਂ ਸਾਡਾ ਗੁਰੂ ਸਾਨੂੰ ਦੱਸਦਾ ਸੀ ਨਾ ਕਿ ਉਹ ਪ੍ਰਭੂ ਨਾਨਕ ਨਾਮ ਲੈ ਕੇ ਅਵਤਾਰ ਧਾਰਨਗੇ, ਸੰਸਾਰ ਤੇ ਉਧਾਰ ਕਰਨ ਵਾਸਤੇ ਆਉਣਗੇ।
ਉਹਨਾਂ ਦੀ ਗੁਰੂ ਸਾਡੇ ਗੁਰੂ ਉਹਨਾਂ ਬਾਰੇ ਗੱਲ ਦੱਸਦੇ ਸੀ। ਸੋ ਅਬ ਚਲ ਆਏ ਇਹ ਠਾਈ, ਹੁਣ ਉਹ ਨਾਨਕ ਜੀ ਚੱਲ ਕੇ ਇੱਥੇ ਪਹੁੰਚੇ ਹਨ। ਵੈਸੇ ਬਨ ਕੇ ਬੀਚ ਸੁਹਾਈ, ਤੇ ਬਾਹਰ ਜਿਹੜਾ ਸੁੰਦਰ ਬਨ ਬਾਗ ਹੈ ਉੱਥੇ ਬੈਠੇ ਹਨ। ਵੈ ਮਾਨਵ ਹੈ ਔਰ ਸੰਗਾਰੀ, ਦੋ ਮਨੁੱਖ ਦੋ ਸਾਥੀ ਉਹਨਾਂ ਦੇ ਨਾਲ ਹੋਰ ਨੇ। ਚਲਿਏ ਦਰਸ਼ਨ ਲਿਹੋ ਨਿਹਾਰੇ, ਸਾਰੇ ਰਿਸ਼ੀਆਂ ਨੂੰ ਇਹ ਰਿਖੀ ਕਹਿੰਦਾ ਹੈ ਕਿ ਚਲੋ ਚਲੀਏ ਉਹਨਾਂ ਦੇ ਦਰਸ਼ਨ ਕਰੋ। ਸੀਲ ਸੈਨ ਆਦਿਕ ਰਿਖ ਜੇਤੇ, ਜਿਹੜਾ ਸੀਲ ਸੈਨ ਇਹਨਾਂ ਦਾ ਗੁਰੂ ਸੀ ਤੇ ਹੋਰ ਜਿਹੜੇ ਰਿਖੀ ਬੈਠੇ ਸਨ ਆਦ, ਸੁਣ ਸ਼ੀਗਰ ਗਛਤ ਪੇ ਤੇਤੇ, ਇਹਦੀ ਗੱਲ ਸੁਣ ਕੇ ਰਿਖੀ ਦੀ ਤੇ ਸਾਰੇ ਬੜੀ ਛੇਤੀ ਚੱਲ ਪਏ ਸਿਰ ਹਨ। ਪਰ ਜਟਾ ਝੂਟ ਕੋ ਕੀਨੇ, ਇਹਨਾਂ ਨੇ ਆਪਣੇ ਸਿਰਾਂ ਦੇ ਉੱਤੇ ਕੇਸ ਸੰਭਾਲੇ ਸਨ ਤੇ ਸਿਰ ਦੇ ਉੱਤੇ ਜਿਹੜੇ ਕੇਸ ਸਨ ਉਹਨਾਂ ਦੇ ਜੂੜੇ ਕੀਤੇ ਨੇ। ਭਾਵੇਂ ਆਪਾਂ ਪੁਰਾਤਨ ਸਮੇਂ ਰਿਖੀ ਦੇਖ ਲਈਏ, ਭਾਵੇਂ ਅਵਤਾਰੀ ਪੁਰਖਾਂ ਦੇ ਸਰੂਪ ਦੇਖੀਏ, ਸਾਰਿਆਂ ਦੇ ਸਰੂਪ ਜਿਹੜੇ ਨੇ ਉਹ ਕੇਸਾਂ ਧਾਰੀ ਹੋਏ ਨੇ। ਬੰਦਗੀ ਵਾਲੇ, ਭਗਤੀ ਵਾਲੇ, ਸਿਮਰਨ ਵਾਲੇ, ਕਮਾਈ ਵਾਲੇ ਸਾਧੂ ਸੰਤ ਜਨ, ਇਹਨਾਂ ਰਿਖੀਆਂ ਨੇ ਵੀ ਸਿਰ ਦੇ ਉੱਤੇ ਜਿਹੜੇ ਕੇਸ ਸਨ ਉਹਨਾਂ ਦੇ ਜੂੜੇ ਕੀਤੇ ਹਨ। ਕੁਛ ਕੀ ਕਟ ਮਹਿ ਕਾਏ ਕੁਪੀਨੇ, ਤੇ ਜਿਹੜੇ ਕੁਸ਼ ਸੀ ਦੱਬ ਦੀ ਜਿਹੜੀ ਆਪਣੇ ਤੇੜ ਜਿਹੜੀ ਸੀ ਨਾ ਉਹ ਲੰਗੋਟ ਬੰਨੀ ਸੀ। ਬਲ ਕਲ ਕੇ ਬਸਤਰ ਤਨ ਧਾਰੇ, ਤੇ ਪੱਤਿਆਂ ਦੇ ਜਿਹੜੇ ਬਸਤਰ ਸੀ ਤਨ ਤੇ ਧਾਰੇ ਸਨ। ਜੱਜੂ ਕੁਛ ਕੇ ਗਰੀਬ ਮਝਾਰੇ, ਰੋਜ਼ ਪੱਤਰਾਂ ਦੇ ਬਸਤਰ ਪਾਏ ਹੋਏ ਹਨ। ਕਰ ਪਗ ਕੇ ਨਖ ਬਦੇ ਵਿਸਾਲਾ, ਤੇ ਇਸੇ ਪ੍ਰਕਾਰ ਬਹੁਤ ਸੁੰਦਰ ਸਰੂਪ ਵਾਲੇ ਨੇ। ਤਬ ਕੋ ਤੇਜ ਦਿਪੈ ਜਿਨ ਭਾਲਾ, ਜਿਨ੍ਹਾਂ ਦੇ ਮੱਥੇ ਦੇ ਉੱਤੇ ਤਪ ਦਾ ਕੀਤਾ ਹੋਇਆ ਤੇਜ ਪ੍ਰਕਾਸ਼ ਬਹੁਤ ਚਮਕ ਰਿਹਾ ਹੈ। ਭਗਤੀ ਦੇ ਨਾਲ, ਸਿਮਰਨ ਦੇ ਨਾਲ, ਤਪ ਕਰਨ ਦੇ ਨਾਲ ਜਿਨ੍ਹਾਂ ਦੇ ਮੱਥੇ ਪ੍ਰਕਾਸ਼ਮਾਨ ਹੋ ਰਹੇ ਹਨ। ਸ਼ਮਸ਼ ਸਵੇਤ ਤਨ ਚਰਮ ਸੁਕਾਵਾ, ਜਿਨ੍ਹਾਂ ਦੇ ਦਾੜੇ ਚਿੱਟੇ ਹਨ ਤੇ ਸਰੀਰ ਦਾ ਜਿਹੜਾ ਚੰਮ ਉਹ ਸੁੱਕਿਆ ਹੋਇਆ ਹੈ। ਸੁਰਗ ਆਦਿਕ ਸੁਖ ਤਨਕ ਨ ਭਾਵਾ, ਸੁਰਗ ਆਦ ਤੱਕ ਜਿਹੜੇ ਸੁੱਖ ਨੇ ਨਾ, ਜਿਨ੍ਹਾਂ ਦੇ ਸੁੱਖਾਂ ਦੀ ਪ੍ਰਾਪਤੀ ਲਈ ਲੋਕ ਯਤਨ ਕਰਦੇ ਨੇ, ਇਹ ਉਹ ਕਮਾਈ ਵਾਲੇ ਸਾਧੂ ਸੰਤ ਰਿਖੀ ਸਨ ਜਿਨ੍ਹਾਂ ਨੇ ਮਾਤ ਲੋਕ ਤੋਂ ਲੈ ਕੇ ਸੁਰਗ ਲੋਕ ਤੱਕ ਸਾਰੇ ਸੁੱਖਾਂ ਦਾ ਤਿਆਗ ਕੀਤਾ ਸੀ। ਉਜਲ ਹਿਰਦੇ ਗਿਆਨ ਸੋ ਜਿਨ ਕੇ, ਜਿਨ੍ਹਾਂ ਦੇ ਹਿਰਦੇ ਪਵਿੱਤਰ ਸਨ ਤੇ ਪ੍ਰਭੂ ਦੇ ਗਿਆਨ ਦੇ ਨਾਲ, ਬ੍ਰਹਮ ਗਿਆਨ ਨਾਲ ਭਰਪੂਰਨ ਹਨ। ਕਲਮਲ ਨਾਸੈ ਦਰਸ਼ਨ ਤਿਨ ਕੇ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਹੀ ਪਾਪ ਨਾਸ਼ ਹੁੰਦੇ ਨੇ ਕਮਾਈ ਵਾਲੇ ਸੰਤ ਜਨਾਂ ਦੇ। ਦੋਹਰਾ ਚਲ ਸਮੀਪ ਆਏ ਜਬੈ, ਇਹ ਸਾਰੇ ਸੰਤ ਰਿਖੀ ਇਕੱਠੇ ਹੋ ਕੇ ਚੱਲ ਕੇ ਗੁਰਾਂ ਦੇ ਪਾਸ ਆਏ। ਉਠਤ ਭਏ ਗਤ ਦਾਏ, ਤੇ ਮੁਕਤੀ ਦੇ ਦਾਤੇ ਸਤਿਗੁਰੂ ਇਹਨਾਂ ਨੂੰ ਸਤਕਾਰ ਆਦਰ ਮਾਣ ਦੇਣ ਵਾਸਤੇ ਇੰਨੇ ਕਮਾਈ ਵਾਲੇ ਸੰਤ ਜਨ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖ ਨਾਸ ਹੁੰਦੇ, ਲੰਮੇ ਸਮੇਂ ਤੋਂ ਬੈਠੇ ਸਾਧਨਾ ਸਾਧ ਰਹੇ ਨੇ, ਭਗਤੀ ਕਰ ਰਹੇ ਹਨ, ਮੋਹ ਦੇ ਤਿਆਗੀ ਹਨ, ਮਾਤ ਲੋਕ ਤੋਂ ਲੈ ਕੇ ਸੁਰਗ ਲੋਕ ਤੱਕ ਪਦਾਰਥਾਂ ਦਾ ਤਿਆਗ ਕੀਤਾ। ਇਹਨਾਂ ਦੇ ਮਾਨ ਸਨਮਾਨ ਲਈ ਸਤਿਗੁਰੂ ਉੱਠ ਕੇ ਖਲੋਤੇ ਨੇ। ਕਿਹਨਾਂ ਦੇ ਸਤਕਾਰ ਲਈ? ਜਿਨ੍ਹਾਂ ਦੇ ਸਤਕਾਰ ਲਈ ਆਪ ਰੱਬ ਉੱਠ ਕੇ ਖਲੋ ਜਾਂਦਾ, ਉਹ ਸੰਤ ਜਨ, ਉਹ ਭਗਤੀ ਵਾਲੀਆਂ ਰੂਹਾਂ ਨੇ। ਸਭਿਨ ਕੋ ਬੰਧਨ ਕਰੀ, ਸਾਰਿਆਂ ਦੇ ਤਾਈਂ ਨਮਸਕਾਰ ਕੀਤੀ ਹੈ। ਜਿਉ ਰਗਬਰ ਰਿਖ ਖਰਾਏ, ਕਹਿੰਦੇ ਜਿਸ ਤਰ੍ਹਾਂ ਜਿਉ ਰਗਬਰ ਰਿਖ ਰਾਏ, ਜਿਸ ਤਰ੍ਹਾਂ ਸ੍ਰੀ ਰਾਮਚੰਦਰ ਜੀ ਨੇ ਰਿਸ਼ੀਆਂ ਦੇ ਰਾਜੇ ਨੂੰ ਨਮਸਕਾਰ ਕੀਤੀ ਸੀ। ਚੌਪਈ ਮਿਲੇ ਹਰਖ ਕਰ ਸਭ ਹੀ ਗੁਰ ਸੋ, ਸਾਰੇ ਬੜੇ ਪ੍ਰਸੰਨ ਹੋ ਕੇ ਗੁਰੂ ਜੀ ਨੂੰ ਮਿਲੇ ਹਨ। ਦਰਸ ਬਿਲੋਕੈ ਹਿਤ ਕਰ ਉਰਸੋਂ, ਬੜੀ ਪ੍ਰਸੰਨਤਾ ਖੁਸ਼ੀ ਦੇ ਨਾਲ ਹਿਰਦੇ ਭਰੇ ਨੇ ਤੇ ਗੁਰੂ ਜੀ ਨੂੰ ਮਿਲੇ ਹਨ। ਅਨਕ ਬਿਦਨ ਕੀ ਉਸਤਤ ਕੀਨੀ, ਕਈ ਤਰ੍ਹਾਂ ਦੀ ਉਸਤਤ ਸਤਿਗੁਰਾਂ ਦੀ ਕਰਨ ਲੱਗੇ। ਚਰਨ ਕਵਲ ਰਤ ਮਹਿਮਤ ਭੀਨੀ, ਮਹਾਰਾਜ ਦੇ ਚਰਨਾਂ ਕਮਲਾਂ ਦੇ ਨਾਲ ਜਿਨ੍ਹਾਂ ਦੀ ਮਤ ਭਿੱਜੀ ਹੋਈ ਸੀ। ਨਿਰੰਕਾਰ ਤੁਮ ਬਨੇ ਆਕਾਰਾ, ਕਹਿਣ ਲੱਗਿਆ ਪ੍ਰਭੂ ਜੀ ਤੁਸੀਂ ਸੰਸਾਰ ਦੇ ਵਿੱਚ ਆਕਾਰ ਲੈ ਕੇ, ਸਰੀਰ ਲੈ ਕੇ ਆਏ ਹੋ। ਬਹੁ ਨਰ ਤਾਰੋਗੇ ਸੰਸਾਰਾ, ਆਪ ਜੀ ਸੰਸਾਰਾਂ ਦੇ ਸੰਸਾਰਿਕ ਜੀਵਾਂ ਦਾ ਉਧਾਰ ਕਰੋਗੇ। ਇਹ ਸਥਾਨ ਨਿਜ ਸੇਵਕ ਜਾਣੇ, ਇਹ ਸਥਾਨ ਦੇ ਉੱਤੇ ਆਪਣੇ ਸੇਵਕ ਜਾਣ ਕੇ ਆਏ ਦਰਸ ਦੀਏ ਦਇਆ ਨਿਧਾਨੇ। ਐ ਦਇਆ ਦੇ ਖਜ਼ਾਨੇ ਮਹਾਰਾਜ ਆਪ ਜੀ ਦਰਸ਼ਨ ਦੇਣ ਵਾਸਤੇ ਆਏ ਹੋ। ਭਏ ਕਿਰਤਾਰਥ ਹਮ ਸਭ ਤਬ ਤੇ, ਅਸੀਂ ਤੁਹਾਡੇ ਦਰਸ਼ਨ ਕਰਕੇ ਸਫਲੇ ਹੋਏ ਹਾਂ। ਦਰਸ ਬਿਲੋਕਿਓ ਤੁਮਰਾ ਜਬ ਤੇ, ਜਦੋਂ ਦਾ ਤੁਹਾਡਾ ਹੁਣ ਦਰਸ਼ਨ ਕੀਤਾ ਹੈ ਨਾ, ਸਾਡੇ ਸਾਰੇ ਕੀਤੇ ਤਪ ਦੇ ਸਾਧਨ ਸਫਲੇ ਹੋ ਗਏ ਨੇ। ਤੁਹਾਡੇ ਦਰਸ਼ਨਾਂ ਲਈ ਇੱਥੇ ਬੈਠੇ ਸੀ ਕਿ ਕਦੋਂ ਆ ਕੇ ਸਾਨੂੰ ਦਰਸ਼ਨ ਦਿਓ ਤੇ ਭਗਤੀ ਸਫਲੀ ਹੋਵੇ। ਮਹਾਰਾਜ ਜਦੋਂ ਦੇ ਹੁਣ ਤੁਹਾਡੇ ਦਰਸ਼ਨ ਕੀਤੇ ਨੇ, ਭਏ ਕਰਤਾਰਥ ਹਮ ਸਭ ਤਬ ਤੇ, ਦਰਸ ਬਿਲੋਕਿਓ ਤੁਮਰਾ ਜਬ ਤੇ,
ਤੁਹਾਡੇ ਦਰਸ਼ਨ ਕਰਕੇ ਅਸੀਂ ਸਫਲੇ ਹੋਏ ਹਾਂ। ਦੀਨਾਨਾਥ ਦਿਆਲ ਗੁਸਾਈ ਐ ਦੀਨਾਂ ਦੇ ਮਾਲਕ ਦਇਆ ਕਰਨ ਵਾਲੇ ਸਤਿਗੁਰੂ ਜੀ, ਭਗਤ ਵਸ਼ਲ ਤੁਮ ਬਿਰਦ ਸਦਾਈ। ਆਪ ਜੀ ਭਗਤੀ ਨੂੰ ਪਿਆਰ ਕਰਨ ਵਾਲੇ ਹੋ ਤੇ ਸਦਾ ਹੀ ਤੁਹਾਡਾ ਇਹ ਬਿਰਦ ਹੈ। ਕੀ ਬਿਰਦ ਹੈ, ਕੀ ਸੁਭਾਅ, ਕਿਹੜਾ ਧਰਮ ਹੈ ਕਿ ਤੁਸੀਂ ਭਗਤੀ ਨੂੰ, ਭਗਤਾਂ ਨੂੰ ਪਿਆਰ ਕਰਦੇ ਹੋ। ਤੂੰ ਭਗਤਾਂ ਕੈ ਵਸ, ਭਗਤਾਂ ਤਾਣ ਤੇਰਾ। ਉੱਥੇ ਆਪ ਹੀ ਚੱਲ ਕੇ ਪਹੁੰਚ ਜਾਂਦੇ ਹੋ ਜਿੱਥੇ ਤੁਹਾਡੇ ਭਗਤ ਬੈਠ ਕੇ ਭਗਤੀ ਕਰਦੇ ਨੇ, ਸਿਮਰਨ ਕਰਦੇ ਨੇ, ਯਾਦ ਕਰਦੇ ਹਨ। ਉਹਨਾਂ ਦੇ ਚਿੱਤ ਵਿੱਚ ਤੁਸੀਂ ਸਦਾ ਹੀ ਵਸਦੇ ਹੋ। ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਜਿਹੜੇ ਲੰਮੇ ਸਮੇਂ ਤੋਂ ਬੈਠੇ ਰਿਖੀ ਤਪ ਕਰ ਰਹੇ ਸਨ, ਉਹਨਾਂ ਨੂੰ ਦਰਸ਼ਨ ਦੇ ਕਰਕੇ ਸਤਿਗੁਰਾਂ ਨੇ ਨਿਹਾਲ ਕੀਤਾ। ਜਿਸ ਤਰ੍ਹਾਂ ਇੱਥੋਂ ਬਚਨ ਬਿਲਾਸ ਕਰਕੇ ਸਤਿਗੁਰੂ ਜੀ ਅੱਗੇ ਮਹਾਰਾਜ ਇਸ ਤੋਂ ਜਾਣਗੇ। ਸੋ ਜਿਹੜੇ ਕੁਝ ਇਹ ਖੰਡ ਹਨ, ਉਲਕਾਗਿਰ, ਇਲਾਬਰਤ ਖੰਡ, ਹਿਰਨ ਖੰਡ, ਕਿੰਗਪੁਰ ਖੰਡ, ਹਰ ਵਰਖ ਖੰਡ ਤੇ ਕੁਰਕ ਖੰਡ, ਇਹਨਾਂ ਸਾਰੇ ਖੰਡਾਂ 'ਚ ਜਾ ਕੇ ਜੀਵਾਂ ਦੇ ਤਾਈਂ ਉਧਾਰ ਕਰਨਗੇ, ਉਪਦੇਸ਼ ਦੇਣਗੇ। ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਸਰਵਣ ਕੀਤੀਆਂ ਵਿਚਾਰਾਂ ਹਿਰਦਿਆਂ 'ਚ ਵਸ ਜਾਣ। ਜੋ ਸਤਿਗੁਰਾਂ ਦਾ ਉਪਦੇਸ਼ ਸਰਵਣ ਕਰਦੇ ਹਾਂ, ਮਹਾਰਾਜ ਕਿਰਪਾ ਕਰਨ ਉਹਨਾਂ ਬਚਨਾਂ ਦੀ ਕਮਾਈ ਕਰ ਸਕੀਏ। ਲੋਕ ਸੁਖੀ ਪਰ ਲੋਕ ਸੁਹੇਲੇ ਹੋ ਸਕਣ। ਆਓ ਦੋ ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਭਏ ਕਿਰਤਾਰਥ ਹਮ ਸਭ ਤਬ ਤੇ, ਦਰਸ ਬਿਲੋਕਿਓ ਤੁਮਰਾ ਜਬ ਤੇ। ਦੀਨਾਨਾਥ ਦਿਆਲ ਗੁਸਾਈ, ਭਗਤ ਵਸ਼ਲ ਤੁਮ ਬਿਰਦ ਸਦਾਈ। ਵਾਹਿਗੁਰੂ ਜੀ ਕੀ ਫਤਿਹ।